नमस्कार आदाब सत श्री अकाल हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स विच मैं हाँ तरनजीत कौर घुम्मन हाजिर हाँ जी लैके तुहाडा अपना प्रोग्राम जिहदे विच अज असीं गलबात करांगे कैनेडियन इमीग्रेशन के बारे विच। सो दोस्तों तुहाडे भी बहुत सारे सवाल हुंदे ने कि किहड़ी फाइलिंग इस वक्त प्रोसैसिंग चल रही है, किहड़े फाइल्स का इस वक्त नंबर आ रहा है, साड़ी फाइल का अजे तक क्यों नहीं कुछ बनया, इन्ना समा हो चुका है, फाइल अजे कित्थे है। सो अजिहे सारे सवालों के अज असीं जवाब देवांगे। सो जेकर तुहाडा भी कैनेडियन इमीग्रेशन संबंधी कोई सवाल हैगा सानू अज दे लाइव प्रोग्राम विच तुसीं कॉल कर सकते हो। अज है जी दिन बुधवार यानी कि वैंसडे ते टोरंटो समय के मुताबिक इस वक्त 3:10 हो चुके हैं। सो तुहाडे सवालों के जवाब लैके हाजिर हाँ जी ते नाल दी नाल तुहानू कैनेडियन इमीग्रेशन संबंधी जो नवी अपडेशन आई है उहदे बारे देवांगे जानकारी। साडे नाल जुड़ चुके हैं स्टूडियो तो आईसीसी इमीग्रेशन तो मिस्टर मनु दत्ता, स्वागत है सर। तरन जी थैंक यू वेरी मच। सब तो पहला तो तुहानू ते सारे ही व्यूअर्स नू आईसीसी इमीग्रेशन की समुची टीम वालों MD यानी कि मनु दत्ता एंड RD रिपुदमन सिंह ढिल्लों वालों सत श्री अकाल, नमस्कार ते आदाब। थैंक यू वेरी मच फॉर हैविंग अस। की हाल चाल ने सर? ऑल गुड तरन जी, ਤੁਹਾਨੂੰ ਦੇਖ ਕੇ એનર્ਜੀ ਚਾਰਜ ਹੋ ਜਾਂਦੀ ਹੈ। ਬਿਲਕੁਲ ਦਰਸ਼ਕਾਂ ਦੀ ਜਦੋਂ ਕਾਲਸ ਆਉਂਦੀਆਂ ਸਾਡੀ ਵੀ એનર્ਜੀ ਉਸ ਤੋਂ ਜ਼ਿਆਦਾ ਚਾਰਜ ਹੋ ਜਾਂਦੀ ਹੈ। ਤੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਵਕਤ ਪ੍ਰੋਸੈਸਿੰਗ ਨੂੰ ਲੈ ਕੇ ਕੇਸ ਫਾਈਲਸ ਜਿਸ ਤਰੀਕੇ ਨਾਲ ਚੱਲਦੀਆਂ ਨੇ ਉਹਦੇ ਬਾਰੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ। ਸਪਾਊਸਸ ਨੂੰ ਲੈ ਕੇ ਸ਼ੁਰੂਆਤ ਕਰਦੇ ਹਾਂ ਕਿ ਸਪਾਊਸ ਕੇਸ ਵਾਲਿਆਂ ਦੀ ਇਸ ਵਕਤ ਪ੍ਰੋਸੈਸਿੰਗ ਕਿੱਦਾਂ ਹੋ ਰਹੀ ਹੈ। ਕਿਹਾ ਜਾ ਰਿਹਾ ਸੀ, ਸੁਣਿਆ ਸੀ ਕਿ ਕੁਝ ਨਵੇਂ EMPLOYEES ਵੀ ਹਾਇਰ ਕੀਤੇ ਨੇ ਨੋਵਾ ਸਕੋਸ਼ੀਆ ਦੇ ਵਿੱਚ ਤਾਂ ਕਿ ਪ੍ਰੋਸੈਸਿੰਗ ਫਾਸਟ ਹੋ ਸਕੇ। ਕੀ ਇਹਦਾ ਕੋਈ ਅਸਰ ਦਿਖ ਰਿਹਾ ਹੈ? तरन बेसिकली मार्च 2020 तो लैके अगस्त या इवन सितंबर 2020 तक तो खास मूवमेंट नहीं हुई। सो एवरीथिंग वाज ऑन स्टैंड स्टिल। सो ਅੱਜ ਦੀ ਤਰੀਕ ਦੇ ਵਿੱਚ ਉਸ ਤੋਂ ਬਾਅਦ ਸੈਪਟੈਂਬਰ ਦੇ ਵਿੱਚ ਜਦੋਂ ਹਿਊਮਨ ਕਰਾਈ ਰੇਜ਼ ਕੀਤਾ ਗਿਆ ਤੇ ਕਾਫੀ ਸਾਰੇ ਨਵੇਂ ਆਫੀਸਰਸ, ਕਾਫੀ ਸਾਰੇ ਨਵੇਂ ਏਜੰਟਸ ਹਾਇਰ ਕੀਤੇ ਗਏ ਜਿਹੜੇ ਸਪਾਊਸਲ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਦੇ ਵਿੱਚ ਹੈਲਪ ਕਰ ਸਕਣਗੇ। ਸੋ ਟੈਕਨੀਕਲੀ ਯੈਸ ਮੂਵਮੈਂਟ ਹੈਜ਼ ਸਟਾਰਟਡ ਬਟ ਹਲੇ ਵੀ ਬੈਕਲੌਗ ਕਾਫੀ ਜ਼ਿਆਦਾ ਹੈਗਾ। ਐਂਡ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਫਾਈਨਲ ਹੋ ਰਹੀਆਂ ਫਾਈਲਾਂ ਜੇ ਅਸੀਂ ਗੱਲ ਕਰੀਏ ਤੇ 2019 ਦੀਆਂ ਫਾਈਲਾਂ ਜਿਹੜੀਆਂ ਲੱਗੀਆਂ ਹੋਈਆਂ ਸੀਗੀਆਂ ਸੈਕੰਡ ਤੇ ਥਰਡ ਕੁਆਟਰ ਦੀ ਉਹ ਹੁਣ ਜਾ ਕੇ ਫਾਈਨਲਾਈਜ਼ ਹੋ ਰਹੀਆਂ ਜੀ। ਸਰ ਇਹ ਇਨਸਾਈਡ ਕੈਨੇਡਾ ਜਿਹੜੀਆਂ ਲੱਗੀਆਂ ਸੀ ਉਹ ਨਹੀਂ ਆ ਜਿਹੜੀਆਂ ਕੈਨੇਡਾ ਤੋਂ ਬਾਹਰ ਲੱਗੀਆਂ ਸੀ ਉਹ ਹੋ ਰਹੀਆਂ? ਇਨਸਾਈਡ ਵੀ ਤੇ ਆਊਟਸਾਈਡ ਵੀ ਜੀ। ਜਿਹੜੀਆਂ ਇਨਸਾਈਡ ਹੈਗੀਆਂ ਉਹ ਥਰਡ ਕੁਆਟਰ ਦੀਆਂ 2019 ਦੀਆਂ ਐਪਲੀਕੇਸ਼ਨਸ ਹੁਣ ਪ੍ਰੋਸੈਸ ਹੋ ਰਹੀਆਂ ਹੈਗੀਆਂ ਐਂਡ ਇਸੇ ਤਰ੍ਹਾਂ ਜਿਹੜੇ ਆਊਟਸਾਈਡ ਦੀਆਂ ਹੈਗੀਆਂ ਉਹ ਸੈਕੰਡ ਕੁਆਟਰ ਦੀਆਂ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ 2019 ਦੀਆਂ। ਗੱਲ ਕਰਾਂਗੇ ਜੀ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ ਤੁਹਾਡਾ? ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਮੈਮ ਮੈਂ ਪੰਜਾਬ ਤੋਂ ਲੁਧਿਆਣੇ ਤੋਂ ਬੋਲ ਰਿਹਾ ਜੀ। ਜੀ ਸਰ ਦੱਸੋ ਜੀ। ਵੀਜ਼ੇ ਬਾਰੇ ਸਰ ਪੁੱਛਣਾ ਸੀ। ਨੈਨੀ ਵੀਜ਼ਾ ਦੇ ਬਾਰੇ ਵਿੱਚ? ਹਾਂਜੀ ਹਾਂਜੀ ਦੱਸੋ ਜੀ, ਇਹਦੇ ਬਾਰੇ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਹਾਂਜੀ ਮੈਮ ਮੈਂ 2-3 ਦਿਨ ਪਹਿਲਾਂ ਵੀ ਤੁਹਾਡਾ ਪ੍ਰੋਗਰਾਮ ਦੇਖਿਆ ਸੀਗਾ। ਮੈਮ ਐਕਚੁਅਲੀ ਮੈਂ ਪੁੱਛਣਾ ਸੀਗਾ ਮੇਰੀ ਵਾਈਫ ਨੇ ਕੇਅਰ ਗਿਵਰ ਦੀ ਹੋਮ ਸਪੋਰਟ ਵਰਕਰ ਦੀ ਫਾਈਲ ਲਗਾਈ ਹੋਈ ਆ। ਉਹਨਾਂ ਨੇ 2019 ਦੇ ਵਿੱਚ ਅਕਤੂਬਰ ਦੇ ਵਿੱਚ ਫਾਈਲ ਸਬਮਿਟ ਕੀਤੀ ਸੀਗੀ ਤੇ ਆਪਣਾ ਫਾਈਲ ਨੰਬਰ ਜਨਵਰੀ ਨੂੰ 2020 ਨੂੰ ਆਪਾਂ ਨੂੰ ਮਿਲਿਆ ਸੀਗਾ ਜੀ। ਉਸ ਤੋਂ ਬਾਅਦ ਅੱਗੇ ਕੋਈ ਪ੍ਰੋਸੈਸ ਨਹੀਂ ਹੋਇਆ ਤੇ ਮੈਮ ਇੱਕ ਖਹਿਰਾ ਸਾਹਿਬ ਦੱਸ ਰਹੇ ਸੀਗੇ ਵੀ ਪਹਿਲਾਂ ਨੈਨੀ ਵੀਜ਼ਾ ਵਾਸਤੇ ਟੈਂਪਰੇਰੀ ਫਾਈਲ ਨੰਬਰ ਇਸ਼ੂ ਕੀਤੇ ਜਾ ਰਹੇ ਸੀਗੇ। ਸਰ ਤੁਹਾਡਾ ਫਾਈਲ ਨੰਬਰ ਤਾਂ ਤੁਸੀਂ ਦੱਸ ਹੀ ਰਹੇ ਹੋ ਕਿ ਆ ਗਿਆ, ਇਸ ਤੋਂ ਇਲਾਵਾ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਕਿ ਕੋਈ ਨਵੀਂ ਅਪਡੇਸ਼ਨ ਨਹੀਂ ਆਈ ਜਨਵਰੀ 2020 ਤੋਂ ਬਾਅਦ? ਹਾਂਜੀ ਉਸ ਤੋਂ ਬਾਅਦ 2020 ਤੋਂ ਬਾਅਦ ਕੋਈ ਨਵੀਂ ਅਪਡੇਸ਼ਨ ਨਹੀਂ ਆਈ ਹੈਗੀ ਜੀ। ਸਰ ਤੁਸੀਂ ਕੁਝ ਪੁੱਛਣਾ ਹੈ, ਆਨਸਰ ਦੀजिए। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਸਰ। ਕਾਲਰ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਕੈਲੇਰ ਤੋਂ ਬੋਲ ਰਿਹਾ। ਹਾਂਜੀ ਸਰ। ਕੈਲੇਰ ਤੋਂ ਦੱਸੋ ਜੀ ਕੀ ਸਵਾਲ ਹੈ ਤੁਹਾਡਾ? ਮੈਂ ਇਮੀਗ੍ਰੇਸ਼ਨ ਦੇ ਬਾਰੇ ਪੁੱਛਣਾ ਹੈਗਾ। ਹਾਂਜੀ ਕਿ ਇਸ ਤਰ੍ਹਾਂ ਕਿ ਮੇਰੇ ਸਿਸਟਰ ਅਪਲਾਈ ਕੀਤਾ ਸੀਗਾ ਡਰਾਸ ਨੰਬਰ ਆ ਗਿਆ ਤੇ ਉਹਨਾਂ ਨੇ ਫਿਰ ਮੰਗੀ ਫੋਟੋ ਦੀ ਕਾਪੀ, ਫਿਰ ਪਾਸਪੋਰਟ ਦੀ ਕਾਪੀ ਮੰਗੀ, ਉਹ ਸਭ ਭੇਜਤੀਆਂ। ਹੁਣ ਉਹਦੇ ਬਾਰੇ ਪੁੱਛਣਾ ਹੈਗਾ ਕਿ ਬਾਕੀ ਅੱਗੋਂ ਕੀ ਪ੍ਰੋਸੈਸ ਹੈ, ਕਦੋਂ ਤੱਕ ਟਾਈਮ ਲੱਗੇ, ਕਿੰਨਾ ਟਾਈਮ ਲੱਗੇਗਾ? ਸਰ ਕਿਹੜੇ ਡਰਾਅ ਦੀ ਤੁਸੀਂ ਗੱਲ ਕਰ ਰਹੇ ਹੋ? ਜਿਹੜੇ ਹੁਣ ਦਸੰਬਰ ਚ ਪੇਰੈਂਟਸ ਦੀਆਂ ਐਪਲੀਕੇਸ਼ਨਸ ਦੀ ਗੱਲ ਕਰ ਰਹੇ ਹੋ ਤੁਸੀਂ? ਹਾਂਜੀ ਹਾਂਜੀ ਠੀਕ ਹੈ ਜੀ। ਆਪਾਂ ਸਰ ਆਨਸਰ ਦੇ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਓਕੇ। ਤੇ ਸਰ ਆਪਾਂ ਪਹਿਲਾਂ ਲੁਧਿਆਣੇ ਵਾਲਿਆਂ ਦਾ ਆਨਸਰ ਦਈਏ। ਨੈਨੀ ਵੀਜ਼ਾ ਦੇ ਬਾਰੇ ਜਾਣਨਾ ਚਾਹੁੰਦੇ ਨੇ ਜਿਨ੍ਹਾਂ ਦੀਆਂ ਹੁਣੇ ਟੈਂਪਰੇਰੀ ਫਾਈਲ ਨੰਬਰਸ ਆਏ ਨੇ ਜਨਵਰੀ 2020 ਦੇ ਵਿੱਚ। ਇਸ ਤੋਂ ਬਾਅਦ ਅਪਡੇਸ਼ਨ ਕਦੋਂ ਤੱਕ ਆ ਸਕਦੀ ਹੈ? ਤਰਨ ਹੁਣ ਮੂਵਮੈਂਟ ਸ਼ੁਰੂ ਹੋ ਗਈ ਹੈ ਐਂਡ ਇਸ ਟਾਈਮ ਤੇ ਜਿਹੜੀਆਂ ਫਾਈਲਸ ਪ੍ਰੋਸੈਸ ਹੋ ਰਹੀਆਂ 2019
ਲਾਸਟ ਕੁਆਟਰ ਦੀਆਂ ਹੋ ਰਹੀਆਂ ਹੈਗੀਆਂ। ਸੋ ਇਹਨਾਂ ਦੀ ਜਨਵਰੀ ਦੇ ਵਿੱਚ ਫਾਈਲ ਨੰਬਰ ਆਇਆ। ਸੋ ਪ੍ਰੈਟੀ ਸੂਨ ਨੈਕਸਟ 2 to 3 ਮੰਥਸ ਇਹਨਾਂ ਦੀ ਫਾਈਲ ਦੇ ਉੱਤੇ ਕੋਈ ਨਾ ਕੋਈ ਮੂਵਮੈਂਟ ਹੋਣੀ ਚਾਹੀਦੀ ਹੈ ਜੀ। ਇਸ ਤੋਂ ਬਾਅਦ ਕੈਲਡਨ ਵਾਲਿਆਂ ਦਾ ਜਿਨ੍ਹਾਂ ਦਾ ਆਇਆ ਸੀ ਪੇਰੈਂਟਸ ਦੀਆਂ ਐਪਲੀਕੇਸ਼ਨਸ ਦੇ ਬਾਰੇ ਪੇਰੈਂਟਸ ਦੇ ਐਪਲੀਕੇਸ਼ਨ ਨੂੰ ਟਾਈਮ ਲੱਗ ਰਿਹਾ ਜੀ, 2 ਸਾਲ ਘੱਟੋ ਘੱਟ ਸੋਚ ਕੇ ਚੱਲੋ। ਐਂਡ ਜੇਕਰ ਇਹੋ ਜਿਹੇ ਸਾਰੇ ਹਾਲਾਤ ਬਣੇ ਰਹਿੰਦੇ ਨੇ ਤੇ 2 ਸਾਲ ਘੱਟੋ ਘੱਟ ਉਹਨਾਂ ਦੀ ਫਾਈਲ ਨੂੰ ਪ੍ਰੋਸੈਸ ਹੁੰਦਿਆਂ ਲੱਗ ਸਕਦੇ ਕਿ ਨੇ ਫਾਈਨਲਾਈਜ਼ ਹੁੰਦਿਆਂ ਵੀਜ਼ਾ ਲੱਗ ਜਾਂਦੇ। ਜੀ ਬਿਲਕੁਲ। ਤੇ ਸਰ ਅਸੀਂ ਗੱਲ ਕਰ ਰਹੇ ਸੀ ਸਪਾਊਸਲ ਐਪਲੀਕੇਸ਼ਨਸ ਦੇ ਬਾਰੇ ਵਿੱਚ, ਤੁਸੀਂ ਦੱਸ ਰਹੇ ਸੀਗੇ ਕਿ 2019 ਦੀ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਲਈਆਂ ਜਾ ਰਹੀਆਂ ਨੇ, ਇਸ ਵਕਤ ਪ੍ਰੋਸੈਸ ਹੋ ਰਹੀਆਂ ਨੇ। ਤੇ ਸਰ ਇਹਨਾਂ ਨੂੰ ਟਾਈਮ ਇਸ ਵਕਤ ਕਿੰਨਾ ਕੁ ਲੱਗ ਰਿਹਾ, ਪ੍ਰੋਸੈਸਿੰਗ ਨੂੰ ਕਿੰਨਾ ਕੁ ਟਾਈਮ ਲੱਗ ਰਿਹਾ? ਪ੍ਰੋਸੈਸਿੰਗ ਮੀਨਸ ਹੁਣ ਵੀਜ਼ੇ ਇਸ਼ੂ ਹੋ ਰਹੇ ਨੇ 2019 ਦੀ ਐਪਲੀਕੇਸ਼ਨਸ ਦੇ ਉੱਤੇ। ਹੁਣ ਜਿਹੜੀ 2020 ਦੇ ਵਿੱਚ ਲੱਗੀਆਂ ਤਰਨ ਉਹਨਾਂ ਦਾ ਫਾਈਲ ਨੰਬਰ ਆ ਗਿਆ, ਉਹ ਪ੍ਰੋਸੈਸਿੰਗ ਦੇ ਵਿੱਚ ਚੱਲ ਜਾਣਗੇ, ਉਹਨਾਂ ਦੇ ਸਿਕਿਉਰਿਟੀ ਚੈੱਕ ਹੋਣਗੇ, ਪੁਲਿਸ ਕਲੀਅਰੈਂਸ ਚੈੱਕ ਹੋਣਗੇ, ਮੈਡੀਕਲਸ ਹੋਣਗੇ ਤੇ ਇਵੈਂਚੁਅਲੀ ਉਹ ਪ੍ਰੋਸੈਸਿੰਗ ਦੇ ਉੱਤੇ ਆਉਣਗੇ। ਜੀ ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਐਡਮਿੰਟਨ ਤੋਂ ਬੋਲ ਰਹੇ ਹਾਂ। ਟੀਵੀ ਦੀ ਆਵਾਜ਼ ਪਲੀਜ਼ ਘੱਟ ਕਰ ਦਿਓ। ਦਰਸ਼ਕਾਂ ਨੂੰ ਬੇਨਤੀ ਹੈ ਜਦੋਂ ਕਾਲ ਕਰਦੇ ਹੋ ਆਵਾਜ਼ ਘੱਟ ਕਰ ਦਿਆ ਕਰੋ। ਜੀ ਦੱਸੋ ਜੀ, ਕੀ ਸਵਾਲ ਹੈ ਸਰ ਤੁਹਾਡਾ? ਕੱਲ ਇਹਨਾਂ ਨੇ ਕਿਹਾ ਸੀ ਆਪਣੇ ਸਰ ਸਵਾਲ ਕੀ ਹੈ, ਤੁਸੀਂ ਇਹ ਦੱਸੋ। ਤੁਹਾਡਾ ਸਵਾਲ ਸੀ ਜਿਹੜੇ OCI ਦੇ ਬਾਰੇ ਜਿਨ੍ਹਾਂ ਨੇ ਕਿਹਾ ਸੀ ਡਿਟੇਲ ਚ ਦੱਸਾਂਗੇ, ਪ੍ਰੋਗਰਾਮ ਸਾਰਾ ਸੀ। ਸਰ ਅੱਜ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਚੱਲ ਰਿਹਾ, ਤੁਸੀਂ ਇਮੀਗ੍ਰੇਸ਼ਨ ਦੇ ਬਾਰੇ, ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਕੋਈ ਸਵਾਲ ਹੈ ਤਾਂ ਤੁਸੀਂ ਦੱਸੋ। ਨਹੀਂ, ਕੱਲ ਤਰਨਜੀਤ ਨੇ ਕਿਹਾ ਸੀ ਅਸੀਂ 1 ਤੋਂ ਜਿਹੜਾ 3 ਤੋਂ 4 ਪ੍ਰੋਗਰਾਮ ਚੱਲਣਾ, ਉਹਦੇ ਚ ਅਸੀਂ ਡਿਟੇਲ ਚ ਦੇਵਾਂਗੇ ਪ੍ਰੋਗਰਾਮ। ਸਰ OCI ਬਾਰੇ ਨਹੀਂ, ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਇਸ ਵਕਤ ਪ੍ਰੋਗਰਾਮ ਚੱਲ ਰਿਹਾ। OCI ਦੇ ਬਾਰੇ ਵਿੱਚ ਕੌਂਸਲੇਟ ਨਾਲ ਜਦੋਂ ਸਾਡੀ ਇੰਟਰਵਿਊ ਹੋਏਗੀ, ਉਹ ਇੰਟਰਵਿਊ ਤੁਹਾਨੂੰ ਲਾਈਵ ਟੈਲੀਕਾਸਟ ਦਿਖਾਇਆ ਜਾਏਗਾ। ਫਿਲਹਾਲ ਪ੍ਰੋਗਰਾਮ 'ਚ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਸਰ ਆਪਾਂ ਗੱਲਬਾਤ ਕਰ ਰਹੇ ਸੀ ਸਪਾਊਸਲ ਐਪਲੀਕੇਸ਼ਨਸ ਦੇ ਬਾਰੇ ਵਿੱਚ, ਤੁਸੀਂ ਕਹਿ ਰਹੇ ਸੀਗੇ ਕਿ ਪੂਰਾ ਪ੍ਰੋਸੈਸ ਦੱਸ ਰਹੇ ਸੀ ਕਿਵੇਂ ਪ੍ਰੋਸੈਸ ਵਾਈਜ਼ ਪ੍ਰੋਸੈਸ ਹੋ ਰਿਹਾ ਹੈ। ਸਰ ਜੀ ਅੱਜ ਦੀ ਤਰੀਕ ਦੇ ਵਿੱਚ ਮੈਂ ਇੱਕ ਚੀਜ਼ ਕਹਿਣਾ ਜੀ, ਜਦੋਂ ਵੀ ਤੁਸੀਂ ਫਾਈਲ ਪੁੱਟ ਅਪ ਕਰ ਰਹੇ ਹੋ ਇਸ ਤਰ੍ਹਾਂ ਦੀ ਫਾਈਲ ਪੁੱਟ ਅਪ ਕਰੋ ਕਿ ਆਫੀਸਰ ਤੁਹਾਨੂੰ ਰਿਵਰਟ ਬੈਕ ਕਰਕੇ ਕੋਈ ਚੀਜ਼ ਪੁੱਛੇ ਨਾ, ਤਾਂ ਕਿ ਫਰਸਟ ਇਨਸਟੈਂਸ ਦੇ ਵਿੱਚ ਹੀ ਸਾਰੀ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕੀਤੀਆਂ, ਤੁਸੀਂ ਪ੍ਰੋਵਾਈਡ ਕਰਦੇ ਹੋ ਆਫੀਸਰ ਨੂੰ। ਆਫੀਸਰ ਦੇਖਣਾ ਕੀ ਜਾਂਦਾ ਹੈ ਕਿ ਤੁਹਾਡੀ ਮੈਰਿਜ ਜੈਨੂਇਨ ਹੈਗੀ ਜਾਂ ਨਹੀਂ ਹੈਗੀ, ਕਿਹੜੇ ਰੀਤੀ ਰਿਵਾਜ ਫੋਲੋ ਹੋਏ ਨੇ, ਕੋਈ ਵਿਚੋਲਾ ਸੀਗਾ ਕਿ ਔਰ ਇਟਸ ਅ ਲਵ ਮੈਰਿਜ ਔਰ ਅਰੇਂਜ ਮੈਰਿਜ, ਉਹਦੀ ਸਾਰੇ ਤੁਸੀਂ ਪ੍ਰੂਫ ਦੇਣੇ ਹੈਗੇ ਨੇ। ਉਹ ਜੇ ਪ੍ਰੂਫ ਤੁਹਾਡੇ ਕੋਲ ਸਾਰੇ ਬਣੇ ਹੋਏ ਨੇ, ਓਵਰ ਦਾ ਈਅਰ ਚੈਟ ਹਿਸਟਰੀਜ਼ ਹੈਗੀਆਂ, ਤੁਹਾਡੇ ਕੋਲ ਪਿਕਚਰਸ ਹੈਗੀਆਂ ਜਿਹੜੀਆਂ ਸਪੋਰਟ ਕਰਦੀਆਂ ਤੁਹਾਡੇ ਰਿਲੇਸ਼ਨਸ਼ਿਪ ਨੂੰ, ਤੇ ਪੁੱਟ ਅਪ ਯੂਰ ਐਪਲੀਕੇਸ਼ਨ। ਬਟ ਇੱਕੋ ਹੀ ਚੀਜ਼ ਖਿਆਲ ਕਰਿਆ ਜੇ ਕਿ ਜਦੋਂ ਵੀ ਫਾਈਲ ਐਪਲੀਕੇਸ਼ਨ ਤੁਸੀਂ ਪੁੱਟ ਅਪ ਕਰਦੇ ਹੋ ਇਸ ਤਰ੍ਹਾਂ ਪੁੱਟ ਅਪ ਕਰੋ ਕਿ ਜਿੱਥੇ ਸਿਗਨੇਚਰ ਦੀ ਲੋੜ ਹੈ ਉੱਥੇ ਸਿਗਨੇਚਰ ਜ਼ਰੂਰ ਹੋਵੇ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ 6 ਤੋਂ 8 ਮਹੀਨੇ ਲੱਗ ਰਹੇ ਨੇ ਸਿਰਫ ਫਾਈਲ ਨੰਬਰ ਆਉਂਦੇ ਆ। ਸੋ ਤੁਹਾਡੀ ਫਾਈਲ ਪਿਕ ਹੁੰਦਿਆਂ ਸੋ ਜਦੋਂ 6-8 ਮਹੀਨਿਆਂ ਬਾਅਦ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਡੀ ਫਾਈਲ ਵਾਪਸ ਆ ਗਈ ਕਿਸੇ ਛੋਟੀ ਜਿਹੀ ਕਮੀ ਦੇ ਕਾਰਨ, ਤੇ ਤੁਸੀਂ ਆਪਣੀ ਫਾਈਲ ਨੂੰ 1 ਸਾਲ ਹੋਰ ਪਾ ਲਿਆ। ਸੋ ਮੈਂ ਇੱਕੋ ਹੀ ਚੀਜ਼ ਕਹਾਂਗਾ, ਜਿਹੜੇ ਦਰਸ਼ਕ ਸਾਡੇ ਆਪਣੇ ਆਪ ਫਾਈਲ ਕਰ ਸਕਦੇ ਨੇ ਪਲੀਜ਼ ਡੂ ਇਟ ਯੋਰਸੈਲਫ, ਬਟ ਜੇ ਤੁਸੀਂ ਆਪਣੇ ਆਪ ਚੋਂ ਉਹਨੇ ਕੈਪੇਬਲ ਨਹੀਂ ਸਮਝਦੇ ਤੇ ਡੂ ਹੈਵ ਸਮ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਰਿਪਰੈਜ਼ੈਂਟ ਯੂ। ਐਂਡ ਸੈਕੰਡ ਆਫ ਆਲ, ਜੇ ਕੋਈ ਸੈਕੰਡ ਮੈਰਿਜ ਹੈਗੀ ਹੈ ਮੇਕ ਸ਼ੋਰ ਯੂ ਹੈਵ ਸਮਬਡੀ ਰਿਪਰੈਜ਼ੈਂਟਿੰਗ ਯੂ, ਬਿਕੋਜ਼ ਆਫੀਸਰ ਦੇਖਣਾ ਚਾਹੁੰਦਾ ਆ ਕਿ ਪਹਿਲੀ ਮੈਰਿਜ ਆਫ ਕਨਵੀਨੀਅੰਸ ਨਹੀਂ ਸੀਗੀ ਜਾਂ ਆਹ ਮੈਰਿਜ ਆਫ ਕਨਵੀਨੀਅੰਸ ਤਾਂ ਨਹੀਂ ਹੈਗੀ, ਕੈਨੇਡਾ ਲਿਆਉਣ ਵਾਸਤੇ ਜਾਂ ਆਉਣ ਵਾਸਤੇ ਤਾਂ ਨਹੀਂ ਕੀਤੀ ਗਈ। ਸੋ ਤੁਹਾਡੀ ਜੈਨੂਇਨ ਰਿਲੇਸ਼ਨਸ਼ਿਪ ਉਹਦੇ ਵਿੱਚ ਨਜ਼ਰ ਆਣੀ ਚਾਹੀਦੀ ਹੈਗੀ ਜੀ। ਬਿਲਕੁਲ। ਤੇ ਸਰ ਸਾਨੂੰ ਕਾਲਰਸ ਇਸ ਵਕਤ ਕਾਲ ਕਰ ਰਹੇ ਨੇ, ਉਹਨਾਂ ਨਾਲ ਅਸੀਂ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਿੱਥੋਂ ਬੋਲ ਰਹੇ? ਸਰੀ ਤੋਂ ਬੋਲ ਰਹੀ ਹਾਂ। ਸਰੀ ਤੋਂ ਬੋਲ ਰਹੀ ਹਾਂ। ਹਾਂਜੀ, ਮੈਂ ਪੁੱਛਣਾ ਸੀ ਨਾ, ਮੇਰੇ ਹਸਬੰਡ ਜਿੱਦਾਂ LMI ਬੇਸ ਤੇ ਵਰਕ ਪਰਮਿਟ ਤੇ ਆਏ ਹੋਏ ਆ। ਹੁਣ LMI ਉਹਨਾਂ ਦਾ ਜਿਹੜਾ ਵਰਕ ਪਰਮਿਟ ਹੈ ਉਹ ਜੂਨ ਦੇ ਵਿੱਚ ਐਕਸਪਾਇਰ ਹੋ ਜਾਣਾ, ਕਿ ਉਹਨਾਂ ਦੀ ਉਹੀ LMI ਐਕਸਟੈਂਡ ਹੋ ਜਾਣੀ ਹੈ ਕਿ ਤੁਹਾਨੂੰ ਨਿਊ ਲੈਣੀ ਪੈਣੀ ਦੁਬਾਰਾ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਸਕੈਚੁਅਨ ਤੋਂ ਗੱਲ ਕਰ ਰਹੇ ਹਾਂ ਜੀ। ਸਰ ਕੀ ਸਵਾਲ ਹੈ? ਹਾਂਜੀ, ਇੱਕ ਸਵਾਲ ਇਹ ਹੈ ਜੀ, ਆਪਣਾ ਮੈਡੀਕਲ ਤੋਂ ਬਾਅਦ ਕਿੰਨੀ ਦੇਰ ਲੱਗਦੀ ਹੈ PR ਨੂੰ? ਮੈਡੀਕਲ ਤੋਂ ਬਾਅਦ ਕਿਸ ਕੈਟਾਗਰੀ ਦੀ ਗੱਲ ਕਰ ਰਹੇ ਹੋ ਸਰ? ਕਿਸ ਕੈਟਾਗਰੀ ਦੀ ਤੁਸੀਂ ਗੱਲ ਕਰ ਰਹੇ ਹੋ? ਫੈਡਰਲ ਦੀ ਗੱਲ ਕਰ ਰਿਹਾ। ਮੇਰੇ ਹੋਰ ਜਿਹੜੇ ਫਰੈਂਡਸ ਉਹਨਾਂ ਦੀ ਆ ਗਈ ਹੋਈ ਹੈ PR ਨਾਲ ਹੀ ਨਾਲ, ਪਰ ਸਾਡੇ 2 ਮਹੀਨੇ ਹੋ ਗਏ ਮੈਡੀਕਲ ਤੋਂ ਹਾਲੇ ਤੱਕ ਨਹੀਂ ਆਈ ਨਾ ਕੋਈ ਜਵਾਬ। ਤੇ ਇੱਕ ਉਹਨਾਂ ਨੂੰ ਕੁਐਸਚਨ ਇਹ ਸੀਗਾ ਕਿ ਸਾਡਾ ਜਿਹੜਾ ਪਰਸੈਂਟੇਜ ਸੀਗਾ ਪਹਿਲਾਂ ਘੱਟ ਸੀਗਾ ਤੇ ਹੁਣ ਇੱਕੋਦਮ ਪਹਿਲਾਂ ਸੀਗਾ 62 ਤੇ ਹੁਣ 57 ਤੇ ਆ ਗਿਆ। ਸਰ ਕਿਸ ਚੀਜ਼ ਦੀ ਪਰਸੈਂਟੇਜ ਦੇ ਬਾਰੇ ਗੱਲ ਕਰ ਰਹੇ ਹੋ ਤੁਸੀਂ? ਜਿਹੜੀ ਆਪਣੀ ਲੌਗਇਨ ਆਈਡੀ ਤੇ ਹੁੰਦੀ ਹੈ ਜਿਹੜੀ ਪਰਸੈਂਟੇਜ। ਜੀ ਤੁਸੀਂ ਆਪਾਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਅਗਲੇ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਕੈਲਗਰੀ ਤੋਂ ਬੋਲ ਰਿਹਾ ਜੀ। ਸਰ ਮੈਂ ਕੈਨੇਡਾ ਇਮੀਗ੍ਰੇਸ਼ਨ ਦੇ ਬਾਰੇ ਪੁੱਛਣਾ ਸੀਗਾ। ਹਾਂਜੀ ਦੱਸੋ ਜੀ। ਕਿ ਮੇਰੀ ਸਿਸਟਰ ਦਾ
ਮੇਰੇ ਭਾਜੀ ਨੇ ਅਪਲਾਈ ਕੀਤਾ ਸੀ ਔਰ ਡਰਾ ਸਿਸਟਮ ਚ ਸਰ ਤੁਹਾਡਾ ਆਲਰੇਡੀ ਰਿਪਲਾਈ ਕਰ ਦਿੱਤਾ ਗਿਆ ਜੀ। ਨਹੀਂ ਉਹ ਕਲੀਅਰ ਨਹੀਂ ਹੈਗਾ ਜੀ। ਮੈਂ ਪੁੱਛਣਾ ਚਾਹੁੰਦਾ ਕਿ ਡਰਾ ਚ ਉਹਨਾਂ ਦਾ ਇਹ ਨਿਕਲ ਗਿਆ ਸੀ, ਆ ਗਿਆ ਸੀ ਨੰਬਰ ਡਰਾ ਚ। ਉਹਨਾਂ ਨੇ ਪਾਸਪੋਰਟ ਅਪਲਾਈ ਕੀਤਾ ਸੀ, ਪਾਸਪੋਰਟ ਦੀ ਕਾਪੀ ਵੀ ਭੇਜਤੀ ਸੀਗੀ, ਸਭ ਕੁਝ ਕਾਗਜ਼ ਭੇਜਦੇ ਸੀਗੇ। ਹੁਣ ਉਹਨਾਂ ਨੇ ਅਪਲਾਈ ਵੀ ਕਰਤਾ। ਮੈਂ ਪੁੱਛਣਾ ਚਾਹੁੰਦਾ ਕਿ ਉਹਨਾਂ ਜਿਹੜੇ ਡਰਾ ਦੇ ਨਿਕਲੇ ਨੇ ਉਹਨਾਂ ਦਾ ਕਿੰਨੇ ਚਿਰ ਬਾਅਦ ਨੰਬਰ ਆਉਣਾ? ਜਿਹੜੇ ਹੁਣ ਫਰਵਰੀ ਚ ਡਰਾ ਨਿਕਲੇ, ਜਨ ਫਰਵਰੀ ਚ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ। ਦਰਸ਼ਕਾਂ ਨੂੰ ਬੇਨਤੀ ਹੈ ਇੱਕ ਵਾਰੀ ਸਵਾਲ ਕਰਿਆ ਕਰੋ ਕਿਉਂਕਿ ਲਾਈਨਸ ਬਹੁਤ ਲੱਗ ਜਾਂਦੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਜੀ। ਹਾਂਜੀ ਸਰ, ਸਰੀ ਤੋਂ ਬੋਲਦੀ ਜੀ ਦੱਸੋ ਜੀ ਕੀ ਸਵਾਲ ਹੈ? ਆਪਾਂ ਜੀ ਪੁੱਛਣਾ ਸੀਗਾ ਵੀ ਜਿੱਦਾਂ ਫਾਈਲ ਆਈ ਹੋਈ ਆ ਆਪਣਾ ਵਾਈਫ ਨੂੰ ਸਪਾਂਸਰ ਕਰਿਆ ਜੀ, ਜਿੱਦਾਂ ਮੈਰਿਜ ਫਾਈਲ ਤੇ ਬਾਇਓਮੈਟ੍ਰਿਕ ਜਦੋਂ ਫਿੰਗਰਪ੍ਰਿੰਟ ਹੋ ਜਾਂਦੇ ਆ ਉਹ ਜਾ ਕੇ ਕਰਾਇਆ ਸੀ ਚੰਡੀਗੜ੍ਹ ਤੋਂ, ਤੋਂ ਕਿੰਨਾ ਚਿਰ ਬਾਅਦ ਵੀਜ਼ਾ ਆਉਂਦਾ ਵਾ ਇਹ ਪਤਾ ਕਰਨਾ ਸੀ ਜੀ। ਕਿਹੜੇ ਮਹੀਨੇ ਦੀ ਫਾਈਲ ਲੱਗੀ ਹੋਈ ਜੀ? ਕਦੋਂ ਫਾਈਲ ਨੰਬਰ ਆਇਆ ਸੀਗਾ ਤੁਹਾਡਾ? ਫਾਈਲ ਨੰਬਰ ਉਹਨੂੰ 6 ਮੰਥ ਹੋ ਗਏ ਜੀ ਫਾਈਲ ਲੱਗੀ ਨੂੰ। ਠੀਕ ਹੈ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ, ਅਸੀਂ ਵੈਨਕੂਵਰ ਤੋਂ ਬੋਲ ਰਹੇ ਹਾਂ। ਅਸੀਂ ਜਿੱਦਾਂ ਪੇਰੈਂਟਸ ਦਾ ਸੁਪਰ ਵੀਜ਼ਾ ਅਪਲਾਈ ਕੀਤਾ ਸੀਗਾ ਅਕਤੂਬਰ 2019 ਦੇ ਵਿੱਚ, ਉਹਦੇ ਬਾਰੇ ਪੁੱਛਣਾ ਸੀਗਾ। ਅਜੇ ਤੱਕ ਕੋਈ ਨਹੀਂ ਉਹਨਾਂ ਦਾ ਰਿਪਲਾਈ ਆਇਆ ਹੈਗਾ। 2019 ਦਾ ਸੁਪਰ ਵੀਜ਼ਾ 19 ਦਾ ਸੀਗਾ ਸਰ। 2019 ਸੁਪਰ ਵੀਜ਼ਾ ਪੇਰੈਂਟਸ ਦਾ ਅਪਲਾਈ ਕੀਤਾ ਸੀ ਤੇ ਅਜੇ ਤੱਕ ਕੋਈ ਰਿਪਲਾਈ ਨਹੀਂ ਆਇਆ ਉਹਦਾ? ਨਹੀਂ ਸਰ ਕੁਝ ਪੁੱਛਣਾ ਜਾਂ ਆਨਸਰ ਦਈਏ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਸਰ। ਆਪਾਂ ਆਨਸਰ ਦੇਣੇ ਸ਼ੁਰੂ ਕਰੀਏ। ਸਰੀ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਕਿ LMIA ਬੇਸਡ ਹਸਬੈਂਡ ਦੇ ਕੋਲ LMIA ਬੇਸਡ ਜਿਹੜਾ ਵਰਕ ਪਰਮਿਟ ਹੈ ਉਹ ਐਕਸਪਾਇਰ ਹੋਣ ਵਾਲਾ ਹੈ, ਉਹਨਾਂ ਨੂੰ ਸੇਮ ਹੀ ਜਿਹੜਾ ਮਿਲੇਗਾ ਜਾਂ ਫਿਰ ਐਕਸਟੈਂਡ ਕਰਵਾਉਣਾ ਜੀ? ਪਏਗਾ? ਜਦੋਂ ਵੀ ਤੁਸੀਂ LMIA ਲੈਂਦੇ ਹੈਗੇ ਉਹਦੇ ਬੇਸ ਦੇ ਉੱਤੇ ਮੈਕਸਿਮਮ ਫॉर ਅ ਪੀਰੀਅਡ ਆਫ 2 ਇਅਰਸ ਵਰਕ ਪਰਮਿਟ ਮਿਲ ਸਕਦਾ ਹੈਗਾ ਆ। ਐਂਡ ਕੁਝ ਕੈਟਾਗਰੀਜ਼ ਦੇ ਵਿੱਚ ਇਵਨ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈਗਾ। ਬਟ ਜਦੋਂ 2 ਸਾਲ ਦਾ ਤੁਹਾਡਾ ਟਾਈਮ ਪੀਰੀਅਡ ਪੂਰਾ ਹੋ ਗਿਆ, ਵਰਕ ਪਰਮਿਟ ਤੁਹਾਡਾ ਐਕਸਪਾਇਰ ਹੋਣ ਜਾ ਰਿਹਾ ਤੇ ਤੁਹਾਨੂੰ ਨਵਾਂ LMIA ਲੈਣਾ ਪਏਗਾ। ਸੋ LMIA ਹੈਗਾ ਕੀ ਹੈ? ਬੇਸਿਕਲੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੈਗਾ। ਸੋ ਆਫਿਸਰ ਅਸੈਸ ਕਰਕੇ ਦੇਖਦੇ ਨੇ ਅੱਜ ਦੇ ਸਰਕਮਸਟੈਂਸਸ ਦੇ ਹਿਸਾਬ ਦੇ ਨਾਲ ਕਿੰਨੇ ਲੋਕ ਉਸ ਜਿੱਥੇ ਫੋਰਨ ਵਰਕਰ ਨੂੰ ਪਰਮਿਸ਼ਨ ਦਿੱਤੀ ਜਾ ਰਹੀ ਹੈਗੀ ਆ ਕੇ ਕੰਮ ਕਰਨ ਦੀ, ਉੱਥੇ ਕਿੰਨੇ ਲੋਕਾਂ ਨੇ ਉੱਥੇ ਲੇ ਆਫ ਲਿੱਤੀਆਂ ਹੋਈਆਂ ਜਾਂ ਉਸੇ ਸੇਮ ਟ੍ਰੇਡ ਦੇ ਵਿੱਚ ਕਿੰਨੇ ਲੋਕ ਗਵਰਨਮੈਂਟ ਤੋਂ ਏਡਸ ਲੈ ਰਹੇ ਨੇ। ਸੋ ਉਸ ਸਾਰੇ ਨੂੰ ਦੇਖਦਿਆਂ ਹੋਇਆਂ ਨਵਾਂ LMIA ਤੁਹਾਨੂੰ ਅਪਲਾਈ ਕਰਨਾ ਪਏਗਾ। ਐਂਡ ਅੱਜ ਦੀ ਤਰੀਕ ਦੇ ਵਿੱਚ ਜਿਹੜਾ LMIA ਦਾ ਪ੍ਰੋਸੈਸਿੰਗ ਟਾਈਮ ਹੈਗਾ 2.5 to 3 ਮੰਥਸ ਚੱਲ ਰਿਹਾ ਹੈਗਾ। ਸੋ ਬੇਸਿਕਲੀ ਨਵੀਂ ਐਡਵਰਟਾਈਜ਼ਮੈਂਟ ਚੱਲੇਗੀ ਜੀ, ਉਸ ਤੋਂ ਬਾਅਦ ਆਫਿਸਰਸ ਦੇ ਕੋਲ ਐਪਲੀਕੇਸ਼ਨ ਭੇਜੋਗੇ ਐਂਡ ਦੈਨ ਤੁਸੀਂ ਦੱਸੋਗੇ ਕਿ ਕਿਉਂ ਐਪਲੀਕੇਸ਼ਨ ਤੁਹਾਡਾ ਐਮਪਲੋਇਰ ਦੱਸੇਗਾ ਕਿਉਂ ਐਪਲੀਕੈਂਟ ਨੂੰ ਪਿਕ ਕੀਤਾ ਜਾ ਰਿਹਾ। ਸੋ ਉਹ ਸਾਰਿਆਂ ਨੂੰ ਦੇਖਦਿਆਂ ਹੋਇਆਂ ਤੁਹਾਡਾ ਰਿਲੇਟਿਵਲੀ ਈਜ਼ੀਅਰ ਹੈਗਾ ਆ, ਬਟ ਪ੍ਰੋਸੈਸ ਸੇਮ ਫੋਲੋ ਹੋਏਗਾ ਜੀ। ਉਸ ਤੋਂ ਬਾਅਦ ਸਸਕੈਚੁਅਨ ਤੋਂ ਕਾਲ ਆਈ ਸੀ ਕਿ ਮੈਡੀਕਲ ਤੋਂ ਬਾਅਦ PR ਲਈ ਕਿੰਨਾ ਸਮਾਂ ਲੱਗਦਾ ਆ? ਓਕੇ, देयर इज नो सेट टाइम जी। हर एप्लीकेंट डिफरेंट हैगा आ, हर ऑफिसर डिफरेंट हैगा आ। ऑफिसर हर एप्लीकेशन ਨੂੰ ਡਿਫਰੈਂਟ ਤਰੀਕੇ ਨਾਲ ਅਸੈਸ ਕਰਦਾ ਹੈਗਾ ਕਿ ਤੁਹਾਡੇ ਫਰੈਂਡ ਦੇ ਸਰਕਮਸਟੈਂਸਸ ਤੁਹਾਡੇ ਨਾਲੋਂ ਡਿਫਰੈਂਟ ਹੋ ਸਕਦੇ ਨੇ। ਸੋ ਦੈਟ ਕੁਡ ਬੀ ਵਨ ਰੀਜ਼ਨ ਕਿ ਤੁਹਾਡੇ ਫਰੈਂਡਸ ਦੇ ਆਗੇ ਤੁਹਾਡਾ ਨਹੀਂ ਆਇਆ। ਇਟ ਕੈਨ ਟੇਕ ਐਨੀਵੇਅਰ ਬਿਟਵੀਨ 2 to 8 ਮੰਥਸ ਆ ਨਾਰਮਲ ਪ੍ਰੋਸੈਸਿੰਗ ਟਾਈਮ ਹੈਗਾ ਜੀ। ਸਰ ਬਾਕੀ ਦੀ ਕਾਲਸ ਲਈ ਫਿਰ ਆਪਾਂ ਨਾਲ ਦੀ ਨਾਲ ਆਨਸਰ ਕਰਦੇ ਹਾਂ। ਮੈਂ ਸਰਵਰ ਟੀਮ ਨੂੰ ਕਹਾਂਗੀ ਕਿ ਇੱਕ ਕਰਕੇ ਕਾਲਸ ਫਾਰਵਰਡ ਕੀਤੀਆਂ ਜਾਣ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਐਕਚੁਅਲੀ ਵਿਨੀਪੈਗ ਤੋਂ ਗੱਲ ਕਰ ਰਿਹਾ ਜੀ ਦੱਸੋ ਜੀ ਮੈਂ ਕੀ ਸਵਾਲ ਆਪਣੀ ਹੈ? ਵਾਈਫ ਦਾ ਜੀ ਓਪਨ ਵਰਕ ਪਰਮਿਟ ਅਪਲਾਈ ਕੀਤਾ ਸੀ 10 ਜਨਵਰੀ 2021 ਜੀ। ਉਹਦੇ ਬਾਰੇ ਪੁੱਛਣਾ ਸੀ, ਐਨੀ ਆਈਡੀਆ ਕਿੰਨਾ ਟਾਈਮ ਲੱਗੂਗਾ? ਤੁਹਾਡੇ ਵਾਈਫ ਵਿਦ ਇਨ ਕੈਨੇਡਾ ਪ੍ਰੈਜ਼ੈਂਟ ਹੈਗੇ ਨੇ? ਨਹੀਂ ਜੀ, ਇੰਡੀਆ ਆ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਨੈਕਸਟ ਕਾਲਰ ਜੁੜ ਗਏ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਐਡਮਿੰਟਨ ਤੋਂ ਬੋਲਦੇ ਹਾਂ ਤੇ ਮੇਰੇ ਬੇਟੇ ਦੀ ਨਾ ਸਪਾਊਸ ਦਾ ਕੇਸ ਲਾਇਆ ਹੋਇਆ ਸੀ ਵਾਈਫ ਦਾ। ਜੂਨ ਦੇ ਫਸਟ ਵੀਕ 2020 ਵਿੱਚ ਜੂਨ ਫਸਟ ਵੀਕ ਦਾ ਟਰੈਕ ਨੰਬਰ ਮਿਲ ਗਿਆ ਸੀ 10 ਪਹਿਲਾਂ ਤੇ 9-10 ਮਹੀਨੇ ਹੋ ਗਏ। ਪਰ ਅੱਜ ਕੱਲ੍ਹ ਕਿਹੜੇ ਸਪਾਊਸ ਦਾ ਕਿਹੜਾ ਮੰਥ ਚੱਲ ਰਿਹਾ ਹੈ ਜਾਂ ਉਹਦੇ ਬਾਰੇ ਪੁੱਛਣਾ ਸੀ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਸਰ। ਇਸ ਤੋਂ ਬਾਅਦ ਸਰੀ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਵਾਈਫ ਦੀ ਜਿਹੜੀ ਆ ਉਹ ਸਪਾਂਸਰ ਕੀਤਾ ਹੋਇਆ ਉਹਨਾਂ ਨੇ ਵਾਈਫ ਨੂੰ ਬਾਇਓਮੈਟ੍ਰਿਕਸ ਹੋ ਚੁੱਕੇ ਨੇ ਤੇ ਵੀਜ਼ੇ ਨੂੰ ਕਿੰਨਾ ਸਮਾਂ ਲੱਗ ਸਕਦਾ ਆ? 6 ਮਹੀਨੇ ਹੋ ਚੁੱਕੇ ਨੇ। ਅੱਜ ਦੀ ਤਰੀਕ ਤੇ ਜਿਹੜੀ ਵੀਜ਼ੇ ਗ੍ਰਾਂਟ ਕੀਤੇ ਜਾ ਰਹੇ ਨੇ ਜੋ 2019 ਲਾਸਟ ਕੁਆਟਰ ਦੇ ਕੀਤੇ ਜਾ ਰਹੇ ਨੇ। ਸੋ ਉਸ ਸਟੇਜ ਦੀਆਂ ਐਪਲੀਕੇਸ਼ਨਸ ਫਾਈਨਲਾਈਜ਼ ਹੋ ਰਹੀਆਂ ਹੈਗੀਆਂ। ਉਸ ਤੋਂ ਬਾਅਦ ਜਿੰਨਾ ਵੀ ਐਪਲੀਕੇਸ਼ਨਸ ਹੈਗੀਆਂ ਉਹ ਬੈਕਲੌਗ ਦੇ ਵਿੱਚ ਹੈਗੀਆਂ ਐਂਡ ਹੋਪਫੁਲੀ
ਹਾਲਾਤ ਸੁਧਰਨ ਦੇ ਨਾਲ ਉਹ ਫਾਈਲ ਵੀ ਜਲਦੀ ਪ੍ਰੋਸੈਸ ਹੋਣਗੀਆਂ। ਹੁਣ ਟੀਮਸ ਵੀ ਐਕਸਟਰਾ ਕੰਮ ਕਰ ਰਹੀਆਂ, ਆਫਿਸਰਸ ਵੀ ਐਕਸਟਰਾ ਹਾਇਰ ਕੀਤੇ ਗਏ ਨੇ ਜਿਹੜੇ ਸਪਾਊਸਲ ਐਪਲੀਕੇਸ਼ਨ ਨੂੰ ਲੁੱਕ ਇਨਟੂ ਕਰ ਰਹੇ ਨੇ, ਬਟ ਯੂ ਹੈਵ ਟੂ ਬੀ ਪੇਸ਼ੈਂਟ ਐਂਡ ਟਾਈਮ ਲੱਗਣਾ ਹੀ ਹੈਗਾ ਜੀ ਇਹਦੇ ਵਿੱਚ। ਜੀ, ਇਸ ਤੋਂ ਬਾਅਦ ਵੈਨਕੂਵਰ ਤੋਂ ਕਾਲ ਆਈ ਸੀ, ਉਹਨਾਂ ਦਾ ਪੁੱਛਣਾ ਸੀ ਕਿ ਪੇਰੈਂਟਸ ਦੀ ਸੁਪਰ ਵੀਜ਼ਾ ਦੀ ਫਾਈਲ ਲਗਾਈ ਸੀ ਅਕਤੂਬਰ 2019 ਚ ਤੇ ਅਜੇ ਤੱਕ ਕੋਈ ਰਿਪਲਾਈ ਨਹੀਂ ਆਇਆ। ਦਿਸ ਇਜ਼ ਪ੍ਰੀਟੀ ਸਟ੍ਰੇਂਜ ਬਿਕੋਜ਼ ਅਕਤੂਬਰ 2019 ਦੇ ਵਿੱਚ ਤੇ ਸਾਰੇ ਹਾਲਾਤ ਠੀਕ ਸੀਗੇ ਜੀ, ਉਦੋਂ ਤਕਰੀਬਨ 3 ਹਫ਼ਤਿਆਂ ਦਾ ਟਾਈਮ ਚੱਲ ਰਿਹਾ ਸੀਗਾ ਸੁਪਰ ਵੀਜ਼ਾ ਵਾਸਤੇ। ਐਂਡ ਤੁਸੀਂ ਆਪਣੀ ਈਮੇਲਸ ਚੈੱਕ ਕਰੋ ਜਾਂ ਆਪਣੇ ਕੰਸਲਟੈਂਟ ਨੂੰ ਚੈੱਕ ਕਰੋ ਕਿ ਤੁਹਾਡੇ ਐਪਲੀਕੇਸ਼ਨ ਦਾ ਕੀ ਸਟੇਟਸ ਹੈਗਾ ਆ। ਐਂਡ ਨਾਰਮਲੀ ਇਟ ਸ਼ੁੱਡ ਹੈਵ ਗੋਨ ਬਿਕੋਜ਼ ਲੋਕਡਾਊਨ ਜਿਹੜਾ ਹੋਇਆ ਉਹ ਮਾਰਚ ਦੇ ਵਿੱਚ ਆ ਕੇ ਹੋਇਆ, ਸੋ 5 ਮਹੀਨੇ 6 ਮਹੀਨੇ ਇਜ਼ ਵੈਲ ਮੋਰ ਦੈਨ ਇਨਫ ਟਾਈਮ ਜੇ ਕੋਈ ਕੁਐਰੀ ਵੀ ਸੀਗੀ ਤਾਂ। ਸੋ ਆਪਣੇ ਕੰਸਲਟੈਂਟ ਜਾਂ ਆਪਣੀ ਈਮੇਲਸ ਚੈੱਕ ਕਰੋ, ਦੇयर ਸ਼ੁੱਡ ਬੀ ਸਮਥਿੰਗ ਇਨ ਯੋਰ ਈਮੇਲਸ। ਜੀ ਬਿਲਕੁਲ। ਇਸ ਤੋਂ ਬਾਅਦ ਵਿਨੀਪੈਗ ਤੋਂ ਕਾਲ ਆਈ ਸੀ, ਉਹਨਾਂ ਦੀ ਵਾਈਫ ਇੰਡੀਆ ਦੇ ਵਿੱਚ ਹੈ। 10 ਜਨ 2021 ਵਿੱਚ ਉਹਨਾਂ ਨੇ ਆਪਣੀ ਵਾਈਫ ਦਾ ਓਪਨ ਵਰਕ ਪਰਮਿਟ ਅਪਲਾਈ ਕੀਤਾ ਸੀ, ਅਜੇ ਸਮਾਂ ਕਿੰਨਾ ਕੁ ਲੱਗ ਸਕਦਾ? ਅੱਜ ਦੀ ਤਰੀਕ ਦੇ ਵਿੱਚ ਚੀਜ਼ਾਂ ਕਾਫੀ ਹੋਲਡ ਤੇ ਚੱਲ ਰਹੀਆਂ ਹੈਗੀਆਂ। ਈਵਨ ਜੇ ਅਸੀਂ ਵਰਕ ਪਰਮਿਟ ਦੀਆਂ ਗੱਲ ਕਰੀਏ, ਜਿਹੜੀਆਂ ਐਕਚੁਅਲ LMIA ਦੇ ਨਾਲ ਜਾਂ LMIA ਐਗਜ਼ੈਂਪਟਡ ਵਰਕ ਪਰਮਿਟਸ ਹੈਗੇ, ਉਹ ਵੀ ਅੱਜ ਦੀ ਤਰੀਕ ਦੇ ਵਿੱਚ ਲਾਸਟ ਕੁਆਟਰ ਚੱਲ ਰਿਹਾ ਹੈਗਾ ਜੀ ਆਫ 2020। ਸੋ ਉਹਦੀਆਂ ਐਪਲੀਕੇਸ਼ਨ ਸੈਪਟੈਂਬਰ ਦੀਆਂ ਐਪਲੀਕੇਸ਼ਨਸ ਅੱਜ ਦੀ ਤਰੀਕ ਦੇ ਵਿੱਚ ਪ੍ਰੋਸੈਸ ਹੋ ਰਹੀਆਂ। ਸੋ ਜਨਵਰੀ ਦੇ ਵਿੱਚ ਲਗਾਇਆ ਸੀਗਾ and this is a dependent work permit, so can't say there is no processing time to this। ਬਿਲਕੁਲ। ਤੇ ਅਗਲਾ ਸੀ ਐਡਮਿੰਟਨ ਤੋਂ, ਇਹਨਾਂ ਨੇ ਵੀ ਸਪਾਊਸ ਦੇ ਬਾਰੇ ਪੁੱਛਿਆ ਕਿ ਬੇਟੇ ਦੀ ਸਪਾਊਸ ਦਾ ਜੂਨ 2020 ਦੇ ਵਿੱਚ ਜਿਹੜਾ ਲਗਾਇਆ ਸੀ ਟਰੈਕ ਨੰਬਰ ਆ ਗਿਆ, 10 ਮਹੀਨੇ ਹੋ ਚੁੱਕੇ ਨੇ, ਕਿੰਨਾ ਕੁ ਸਮਾਂ ਹਜੇ ਹੋਰ ਲੱਗੇਗਾ? 12 ਤੋਂ 15 ਮਹੀਨੇ ਇਜ਼ ਐਨ ਆਈਡੀਅਲ ਟਾਈਮ ਜੇ ਹਾਲਾਤ ਇਸੇ ਤਰ੍ਹਾਂ ਰਹਿੰਦੇ ਨੇ ਜੀ। 12 to 15 ਮੰਥਸ ਦੇ ਵਿੱਚ ਐਪਲੀਕੇਸ਼ਨ ਪ੍ਰੋਸੈਸ ਹੋਣੀ ਚਾਹੀਦੀ ਹੈ ਜੀ ਸਰ। ਸਪਾਊਸਲ ਤੋਂ ਬਾਅਦ ਅਸੀਂ ਨੈਕਸਟ ਜਿਹੜੀ ਐਪਲੀਕੇਸ਼ਨਸ ਦੀ ਗੱਲ ਕਰਾਂਗੇ, PR ਦੀਆਂ ਐਪਲੀਕੇਸ਼ਨਸ, PR ਕਾਰਡਸ ਦੀਆਂ ਐਪਲੀਕੇਸ਼ਨਸ ਦੇ ਬਾਰੇ ਗੱਲ ਕਰਾਂਗੇ। ਕਿੰਨਾ ਕੁ ਸਮਾਂ ਲੱਗ ਰਿਹਾ ਇਹਦੇ ਲਈ? ਤਰ੍ਹਾਂ ਅੱਜ ਦੀ ਤਰੀਕ ਦੇ ਵਿੱਚ 124 ਦਿਨ ਦੇ ਆਸ-ਪਾਸ ਚੱਲ ਰਹੇ ਨੇ PR ਰਿਨਿਊਅਲ ਦੇ ਉੱਤੇ ਜੀ। ਸੋ ਐਂਡ ਈਵਨ ਜੇ ਤੁਸੀਂ ਫਸਟ ਟਾਈਮ ਐਪਲੀਕੈਂਟ ਹੈਗੇ ਹੋ ਤਾਂ ਵੀ ਤਕਰੀਬਨ 90 ਦਿਨ ਦਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈਗਾ। ਬ੍ਰਾਂਡ ਨਿਊ PR ਕਾਰਡ ਆਉਣ ਲੱਗਿਆ ਤੋ ਆ ਪ੍ਰੋਸੈਸਿੰਗ ਟਾਈਮ ਚੱਲ ਰਿਹਾ। ਸੋ ਐਵਰੀਥਿੰਗ ਇਜ਼ ਡਿਲੇਡ ਜੀ ਐਂਡ ਨੋਬਡੀ ਕੈਨ ਹੈਲਪ ਇਟ ਬਿਕੋਜ਼ ਆਫਿਸਰਸ ਵੀ ਉਸੇ ਪੇਸ ਤੇ ਕੰਮ ਕਰ ਰਹੇ ਨੇ। ਐਂਡ ਬੈਕਲੌਗ ਮਾਰਚ ਤੋਂ ਲੈ ਕੇ, ਬਿਕੋਜ਼ ਅਸੀਂ ਸਾਰੇ ਵੀ ਵਾਂਟ ਆਵਰ ਥਿੰਗਸ ਟੂ ਗੈਟ ਪ੍ਰੋਸੈਸਡ, ਸੋ ਸਾਡੇ ਕੇਸਿਸ ਪ੍ਰੋਸੈਸ ਹੋ ਜਾਣ, ਬਾਕੀਆਂ ਦਾ ਕੋਈ ਚੱਕਰ ਨਹੀਂ ਹੈਗਾ। ਸੋ ਆਫਿਸਰਸ ਆਪਣਾ ਕੰਮ ਕਰ ਰਹੇ ਨੇ ਜੀ, ਬਟ ਦਿਸ ਵਿਲ ਟੇਕ ਸਾਨੂੰ ਹਾਲੇ ਕਾਫੀ ਟਾਈਮ ਹੋਰ ਲੱਗ ਜਾਏਗਾ ਸਾਰਾ ਬੈਕਲੌਗ ਸਟ੍ਰੀਮਲਾਈਨ ਹੁੰਦੇ। ਬਿਲਕੁਲ ਜੀ। ਤੇ ਇਸ ਤੋਂ ਬਾਅਦ ਆਪਾਂ ਗੱਲਬਾਤ ਕਰੀਏ ਸਿਟੀਜ਼ਨਸ਼ਿਪ ਦੀ ਗੱਲ ਕਰ ਲੈਂਦੇ ਹਾਂ। PR ਦੇ ਨਾਲ ਹੀ ਸਿਟੀਜ਼ਨਸ਼ਿਪ ਦੀਆਂ ਐਪਲੀਕੇਸ਼ਨਸ ਨੂੰ ਕਿੰਨਾ ਸਮਾਂ ਲੱਗ ਰਿਹਾ, ਕਿਹੜੀਆਂ ਇਸ ਵਕਤ ਚੱਲ ਰਹੀਆਂ ਨੇ? ਤਰਨ ਜੀ ਸਿਟੀਜ਼ਨਸ਼ਿਪ ਓਥ ਵਗੈਰਾ ਜਿਹੜੀਆਂ ਆ ਰਹੀਆਂ ਹੈਗੀਆਂ ਉਹ 2019 ਦੀ ਐਪਲੀਕੇਸ਼ਨ ਦੇ ਉੱਤੇ ਆ ਰਹੀਆਂ ਹੈ। ਸੋ 2019 ਸੈਕਿੰਡ ਕੁਆਟਰ ਦੀਆਂ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਹੈ। ਸੋ ਐਟਲੀਸਟ 2 ਸਾਲ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਐਪਲੀਕੇਸ਼ਨਸ ਨੂੰ ਵੀ ਲੱਗ ਰਹੇ ਨੇ ਜੀ ਕਰੰਟਲੀ। ਸੋ ਅੱਗੇ ਜਾ ਕੇ ਜੇ ਆ ਹਾਲਾਤ ਖੁੱਲੇ ਰਹਿੰਦੇ ਨੇ, ਓਨਲੀ ਟਾਈਮ ਵਿਲ ਟੈਲ, ਤੇ ਸਟ੍ਰੀਮਲਾਈਨ ਹੋ ਜਾਏਗਾ। ਜੇ ਲੋਕਡਾਊਨ ਵਾਲੇ ਪਾਸੇ ਅਸੀਂ ਦੁਬਾਰਾ ਤੁਰ ਪੈਂਦੇ ਹਾਂ ਤੇ ਫਿਰ ਹੋ ਸਕਦਾ ਹੈ ਕਿ ਵੀ ਮਾਈਟ ਸੀ ਮੋਰ ਡਿਲੇਜ਼ ਔਨ ਆਲ ਪ੍ਰੋਸੈਸਿੰਗਸ। ਬਿਲਕੁਲ ਸਰ। ਤੇ ਆਪਾਂ ਸਟੂਡੈਂਟਸ ਦੀ ਗੱਲ ਕਰੀਏ, ਇਸ ਵਕਤ ਕੀ ਸਟੂਡੈਂਟਸ ਦੀਆਂ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਨੇ? ਕਿਉਂਕਿ ਹਾਲਾਂਕਿ ਆਉਣ ਦੀ ਇਜਾਜ਼ਤ ਨਹੀਂ ਹੈਗੀ, ਪਰ ਕੀ ਐਪਲੀਕੇਸ਼ਨਸ ਪ੍ਰੋਸੈਸਿੰਗ ਹੋ ਰਹੀ ਹੈ? ਬਿਲਕੁਲ ਹੋ ਰਹੀ ਹੈ ਤਰਨ ਜੀ। ਡਿਸੰਬਰ ਦੇ ਲਾਸਟ ਡਿਸੰਬਰ 2020 ਦੀਆਂ ਐਪਲੀਕੇਸ਼ਨਸ ਇਸ ਟਾਈਮ ਸਟੱਡੀ ਸਟੂਡੈਂਟਸ ਦੀਆਂ ਪ੍ਰੋਸੈਸ ਹੋ ਰਹੀਆਂ। ਗੱਲ ਕਰਾਂਗੇ ਜੀ, ਦਰਸ਼ਕ ਇੱਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਨਰਸਰੀ ਤੋਂ ਬੋਲ ਰਹੇ ਨਾ ਕਮਲਜੀਤ। ਮੇਰੀ ਬੇਟੀ ਆ, ਉਹਦਾ 9 ਸਾਲ ਦਾ ਐਕਸਪੀਰੀਅੰਸ ਆ ਤੇ GNM ਕੀਤੀ ਹੈ, ਨੈਨੀ ਦਾ ਕੀਤਾ ਹੋਇਆ, ਤੇ ਉਹ ਜਿਹੜਾ ਉਹਦਾ ਹਸਬੈਂਡ ਆ ਉਹ ਇੰਗਲੈਂਡ ਤੋਂ 10 ਸਾਲ ਰਹਿ ਕੇ ਆਇਆ ਤੇ 2 ਮਹੀਨੇ ਦਾ ਉਹਨਾਂ ਕੋਲ ਬੇਟਾ ਵੀ। ਤਿੰਨਾਂ ਦਾ ਕਿਸ ਤਰ੍ਹਾਂ ਵੀਜ਼ਾ ਲਾਉਣਾ ਹੋਵੇ, ਕਿਸ ਤਰ੍ਹਾਂ ਲੱਗ ਸਕਦਾ, ਕਿਸ ਬੇਸ ਤੇ ਆ ਸਕਦੇ ਤਿੰਨੇ ਇਕੱਠੇ? ਜੀ ਸਰ, ਕੁਝ ਪੁੱਛਣਾ ਹੈ ਆਂਸਰ ਦਈਏ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਕਾਲਰ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਮੇਰਾ ਨਾਮ ਮਨਪ੍ਰੀਤ ਹੈ, ਮੈਂ ਸਰੀ ਤੋਂ ਗੱਲ ਕਰ ਰਹੀ ਹਾਂ ਜੀ। ਤੇ ਮੇਰੇ ਹਸਬੈਂਡ ਨੇ NOC B ਦੇ ਵਿੱਚ BNP PR ਅਪਲਾਈ ਕੀਤੀ ਸੀ ਤੇ ਸਾਡਾ ਫਾਈਲ ਨੰਬਰ 5 ਫਰਵਰੀ ਤੱਕ ਆ ਗਿਆ ਸੀ ਤੇ ਹੁਣ ਕਦੋਂ ਤੱਕ PR ਤੱਕ ਪੋਸਿਬਿਲਿਟੀ ਆ ਪ੍ਰੋਸੈਸਿੰਗ ਦੀ? ਜੀ ਸਰ, ਆਨਸਰ ਦਈਏ ਜਾਂ ਕੋਈ ਪੁੱਛਣਾ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਸਰ, ਜਿਨ੍ਹਾਂ ਨੇ ਸਰੀ ਤੋਂ ਕਾਲ ਕੀਤੀ ਸੀ ਤੇ ਉਹਦੇ ਬਾਰੇ ਜਾਣਨਾ ਚਾਹੁੰਦੇ ਨੇ, ਆਪਣੀ ਬੇਟੀ ਦੇ ਬਾਰੇ ਵਿੱਚ ਕਿਵੇਂ ਆ ਸਕਦੇ ਆਪਣੇ ਹਸਬੈਂਡ ਤੇ ਬੇਟੇ ਨਾਲ। 9 ਸਾਲ ਦਾ ਐਕਸਪੀਰੀਅੰਸ ਹੈ GNM ਨਰਸਿੰਗ ਦਾ, ਤੇ ਨੈਨੀ ਦਾ ਵੀ ਉਹਨਾਂ ਨੇ ਕੀਤਾ ਹੋਇਆ ਨਾਲ। ਜੇ ਨੈਨੀ ਦੇ ਤੌਰ ਤੇ ਆ ਸਕਦੇ ਨੇ ਜੀ, ਇਹ ਜੇ ਐਪਲੀਕੈਂਟ ਐਂਡ ਅੱਜ ਦੀ ਤਰੀਕ ਦੇ ਵਿੱਚ ਕੇਅਰ ਗਿਵਰ ਦੇ ਤੌਰ ਤੇ ਆਣਾ ਤੇ ਤੁਹਾਡੇ
ਜਿਹੜੇ ਐਪਲੀਕੈਂਟ ਦੇ ਨਾਲ ਜਿਹੜੇ ਡਿਪੈਂਡੈਂਟ ਸਪਾਊਸ ਤੇ ਡਿਪੈਂਡੈਂਟ ਬੱਚੇ ਹੈਗੇ ਨੇ ਉਹਨਾਂ ਦੀ ਵੀ ਐਪਲੀਕੇਸ਼ਨ ਨਾਲ ਹੀ ਪ੍ਰੋਸੈਸ ਹੋ ਜਾਂਦੀ ਹੈਗੀ ਹੈ 2 ਸਾਲ ਇੱਥੇ ਕੰਮ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਪਰਮਾਨੈਂਟ ਰੈਜ਼ੀਡੈਂਸੀ ਵੀ ਇਕੱਠੇ ਹੋ ਜਾਏਗੀ ਜੀ ਸੋ ਇੰਟੀਗ੍ਰੇਸ਼ਨ ਪ੍ਰੋਸੈਸ ਹੈਗਾ ਆ ਜਿਹਦੇ ਵਿੱਚ ਇਸ ਤਰ੍ਹਾਂ ਚੱਲਿਆ ਜਾਂਦਾ ਕਿ ਪਹਿਲੇ ਦਿਨ ਤੋਂ ਹੀ ਤੁਹਾਡੀ ਇੰਟੀਗ੍ਰੇਸ਼ਨ ਵੀ ਕੈਨੇਡੀਅਨ ਸੋਸਾਇਟੀ ਦੇ ਵਿੱਚ ਸ਼ੁਰੂ ਹੋ ਜਾਵੇ ਸੋ ਟਾਈਮ ਤਾਂ ਜ਼ਰੂਰ ਲੱਗਦਾ ਪਿਆ ਨਾ ਐਪਲੀਕੇਸ਼ਨਸ ਨੂੰ ਡੇਢ ਸਾਲ ਸਵਾ ਸਾਲ ਚੱਲ ਰਿਹਾ ਜੀ ਅੱਜ ਦੀ ਤਰੀਕ ਦਾ ਪ੍ਰੋਸੈਸਿੰਗ ਟਾਈਮ ਬਟ ਐਪਲੀਕੇਸ਼ਨ ਲਗਾਉਣਗੇ ਤੇ ਪੂਰੀ ਫੈਮਿਲੀ ਨਾਲ ਆਉਣ ਦੇ ਚਾਂਸਸ ਇਸ ਪ੍ਰੋਗਰਾਮ ਦੇ ਵਿੱਚ ਹੈਗੇ ਨੇ ਜੀ ਬਿਲਕੁਲ ਉਸ ਤੋਂ ਬਾਅਦ ਮਨਪ੍ਰੀਤ ਜੀ ਦੀ ਸਰੀ ਤੋਂ ਕਾਲ ਆਈ ਸੀ ਕਿ ਨੌਕਰੀ ਦੇ ਵਿੱਚ ਉਹਨਾਂ ਦੇ ਹਸਬੈਂਡ ਨੇ ਜੌਬ ਕੀਤੀ ਹੈ ਪੀਐਨਪੀ ਦੇ ਆਧਾਰ ਤੇ ਪੀਆਰ ਦੀ ਫਾਈਲ ਲਗਾਈ ਹੈ 5 ਫੈਬ ਨੂੰ 5 ਨੰਬਰ ਆ ਗਿਆ ਸੀ ਕਿੰਨਾ ਸਮਾਂ ਲੱਗ ਸਕਦਾ ਕਰਨ ਜੀ ਜਦੋਂ ਪੀਐਨਪੀ ਦਾ ਪ੍ਰੋਸੈਸਿੰਗ ਤੋਂ ਬਾਅਦ ਐਕਸਪ੍ਰੈਸ ਐਂਟਰੀ ਦੇ ਵਿੱਚ ਆਇਆ ਜਾਂ ਪੀਐਨਪੀ ਦੇ ਵਿੱਚ ਆਇਆ ਓਕੇ 2 ਸਟਰੀਮ ਦੇ ਵਿੱਚ ਐਪਲੀਕੇਸ਼ਨਸ ਪ੍ਰੋਸੈਸ ਹੁੰਦੀਆਂ ਹੈਗੀਆਂ ਜੀ ਇੱਕ ਤਾਂ ਹੈਗਾ ਫੈਡਰਲ ਪ੍ਰੋਗਰਾਮ ਦਾ ਜਿਹੜਾ ਨਾਰਮਲ ਪ੍ਰੋਸੈਸਿੰਗ ਟਾਈਮ ਹੈ 14 ਤੋਂ 16 ਮਹੀਨਿਆਂ ਦਾ ਚੱਲ ਰਿਹਾ ਹੈਗਾ ਐਂਡ ਜੇ ਪੀਐਨਪੀ ਆਉਣ ਤੋਂ ਬਾਅਦ ਐਕਸਪ੍ਰੈਸ ਦੇ ਐਂਟਰੀ ਦੇ ਵਿੱਚ ਪਿਕ ਹੁੰਦੇ ਹੋ ਤੇ ਤਕਰੀਬਨ 6 ਤੋਂ 8 ਮਹੀਨਿਆਂ ਦਾ ਪ੍ਰੋਸੈਸਿੰਗ ਟਾਈਮ ਹੈਗਾ ਹੈ ਸੋ ਡਿਪੈਂਡ ਕਰਦਾ ਜੀ ਤੁਹਾਡੀ ਐਪਲੀਕੇਸ਼ਨ ਕਿਸ ਸਟਰੀਮ ਦੇ ਵਿੱਚ ਤੇ ਕਿਹਦੇ ਵਿੱਚ ਤੁਹਾਡੇ ਕੰਸਲਟੈਂਟ ਤੁਹਾਡੇ ਏਜੰਟ ਤੁਹਾਨੂੰ ਬੈਟਰ ਦੱਸ ਸਕਦੇ ਨੇ ਤੁਹਾਡੇ ਲਾਇਰ ਬੈਟਰ ਦੱਸ ਸਕਦੇ ਨੇ ਕਿ ਕਿਸ ਸਟਰੀਮ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋ ਰਹੀ ਹੈ ਜੀ ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ ਅਸੀਂ ਉਹਨਾਂ ਦੇ ਵੀ ਕਾਲ ਲੈ ਲਈਏ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਹਾਂਜੀ ਮੈਂ ਕੈਨੇਡਾ ਤੋਂ ਬੋਲਦੀ ਹਾਂ ਬੇਟਾ ਜੀ ਦੱਸੋ ਮੇਰਾ ਮਨਦੀਪ ਜੀ ਨੂੰ ਇਹ ਸਵਾਲ ਹੈਗਾ ਜੀ ਜਿਹੜੇ ਮਤਲਬ ਇਹਨਾਂ ਨੇ ਪਰਮਿਸ਼ਨ ਦਿੱਤੀ ਹੈ ਵਰਕ ਵਾਸਤੇ ਜਿਹੜੇ ਵਿਜ਼ਟਰ ਨੇ ਤੇ ਉਹਨਾਂ ਦੀ ਕੋਈ ਏਜ ਲਿਮਿਟ ਵੀ ਹੁੰਦੀ ਹੈ ਏਜ ਲਿਮਿਟ ਜੀ ਤੁਸੀਂ ਟੀਵੀ ਸਕਰੀਨ ਇਸ ਤੋਂ ਇਲਾਵਾ ਕੋਈ ਸਵਾਲ ਹੈ ਤੁਹਾਡਾ ਨਹੀਂ ਹੋਰ ਤੇ ਕੁਝ ਨਹੀਂ ਠੀਕ ਹੈ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਕਾਲ ਕਰਨ ਲਈ ਸ਼ੁਕਰੀਆ ਸਰ ਪਹਿਲਾਂ ਆਪਾਂ ਇਹੀ ਦੱਸ ਦਈਏ ਕਿ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਜਿਹੜਾ ਥੋੜੀ ਜਿਹੀ ਰਾਹਤ ਵੀ ਦਿੱਤੀ ਹੈ ਤੇ ਇਹਦੇ ਬਾਰੇ ਪ੍ਰੋਸੈਸ ਕੀ ਹੈ ਤਰਨ ਜਿਹੜੇ ਇੱਕ ਪਬਲਿਕ ਪਾਲਿਸੀ ਅਨਾਉਂਸ ਕੀਤੀ ਗਈ ਸੀ 24 ਅਗਸਤ 2020 ਨੂੰ ਸੋ 24 ਅਗਸਤ ਨੂੰ ਜਿਹੜੀ ਪਬਲਿਕ ਪਾਲਿਸੀ ਅਨਾਉਂਸ ਕੀਤੀ ਗਈ ਉਹਦੇ ਤਹਿਤ ਜਿਹੜੇ ਵੀ ਵਿਜ਼ਿਟਰ ਵੀਜ਼ਾ ਤੇ ਕੈਨੇਡਾ ਲੈਂਡ ਕੀਤੇ ਹੋਏ ਨੇ 24 ਅਗਸਤ ਤੋਂ ਪਹਿਲਾਂ ਉਹ ਆਪਣੀ ਪਰਮਾਨੈਂਟ ਆਪਣੇ ਵਰਕ ਪਰਮਿਟ ਦੀ ਐਪਲੀਕੇਸ਼ਨ ਲਗਾ ਸਕਦੇ ਨੇ ਪ੍ਰੋਵਾਈਡਡ ਉਹਨਾਂ ਕੋਲ ਕੋਈ EMPLOYER ਮਿਲ ਜਾਂਦਾ ਜਿਹੜਾ LMIA ਐਗਜ਼ੈਂਪਟ ਜਾਂ LMIA ਦੇ ਨਾਲ ਉਹਨਾਂ ਨੂੰ ਵਰਕ ਪਰਮਿਟ ਦੇਣ ਵਾਸਤੇ ਤਿਆਰ ਹੈਗਾ ਸੋ ਉਹ ਜਿਹੜੀ ਰਾਹਤ ਦਿੱਤੀ ਗਈ ਹੈ ਜੀ ਪਰਸੋਂ ਦਿੱਤੀ ਗਈ ਹੈ 29 ਤਰੀਕ ਨੂੰ ਦਿੱਤੀ ਗਈ ਹੈ ਹੁਣ 31 ਅਗਸਤ ਤੱਕ ਦਾ ਟਾਈਮ ਹੈਗਾ ਆ ਤੁਹਾਡੇ ਕੋਲ ਜੇ ਤੁਹਾਡੇ ਕੋਲ ਤੁਹਾਡਾ ਸਟੇਟਸ ਲੈਜੀਟੀਮੇਟ ਹੋਣਾ ਚਾਹੀਦਾ ਤੁਹਾਡਾ ਸਟੇਟਸ ਸਹੀ ਹੋਣਾ ਚਾਹੀਦਾ ਜੇ ਵਿਜ਼ਟਰ ਦੇ ਉੱਤੇ ਹੈਗੇ ਹੋ ਤੁਹਾਡਾ ਵਿਜ਼ਟਰ ਐਕਸਪਾਇਰ ਨਹੀਂ ਹੋਣਾ ਚਾਹੀਦਾ ਸੋ ਤੁਸੀਂ ਜੇ ਵਿਦਿਨ ਸਟੇਟਸ ਹੈਗੇ ਹੋ ਤੇ ਤੁਸੀਂ ਇਸ ਪਾਲਿਸੀ ਦਾ ਫਾਇਦਾ ਚੱਕ ਸਕਦੇ ਹੋ ਤਰਨ ਹਾਲੇ ਤੱਕ 1000 ਐਪਲੀਕੇਸ਼ਨਸ ਪ੍ਰੋਸੈਸ ਹੋ ਚੁੱਕੀਆਂ ਹੈਗੀਆਂ 1000 ਵਿਜ਼ਟਰਸ ਨੇ ਇੱਥੇ ਆਪਣਾ ਵਰਕ ਪਰਮਿਟ ਲੈ ਲਿਆ ਹੋਇਆ ਹਾਲੇ ਤੱਕ ਸੋ ਜੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਫਾਇਦਾ ਚੱਕਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਹੋਰ ਟਾਈਮ ਹੈਗਾ ਜੀ 31 ਅਗਸਤ ਤੱਕ ਦਾ ਟਾਈਮ ਹੈਗਾ ਆ ਬਟ ਮੇਕ ਸ਼ੋਰ ਯੂ ਹੈਵ ਐਨ EMPLOYER ਜੇ ਜਿੰਨੇ ਵੀ ਦੋਸਤ ਸਾਡੇ ਇੱਥੇ ਕੈਨੇਡਾ ਦੇ ਵਿੱਚ ਵਿਜ਼ਿਟ ਵੀਜ਼ਾ ਤੇ ਆਏ ਹੋਏ ਨੇ ਸਟੇਟਸ ਦੇ ਉੱਤੇ ਜ਼ਰੂਰ ਖਿਆਲ ਰੱਖਿਆ ਜੇ ਸਟੇਟਸ ਤੋਂ ਬਾਹਰ ਨਾ ਹੋਇਆ ਜੇ ਸਟੇਟਸ ਦੇ ਵਿੱਚ ਰਹੋਗੇ ਤੇ ਤੁਸੀਂ ਇਸ ਪ੍ਰੋਗਰਾਮ ਦਾ ਫਾਇਦਾ ਚੱਕ ਸਕਦੇ ਹੋ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਹਾਡੇ ਕੋਲ ਕੋਈ EMPLOYER ਹੈਗਾ LMIA ਦੀ ਪ੍ਰੋਸੈਸਿੰਗ ਦੇ ਵਿੱਚ ਹੈਲਪ ਲੈਣਾ ਚਾਹੁੰਦੇ ਹੋ ਤੇ ICC ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਇਹਦਾ ਪ੍ਰੋਸੈਸਿੰਗ ਟਾਈਮ ਮੈਂ ਤੁਹਾਨੂੰ ਜ਼ਰੂਰ ਇੱਕ ਵਾਰੀ ਦੁਬਾਰਾ ਦੱਸ ਦਵਾਂ ਸਭ ਤੋਂ ਪਹਿਲਾਂ ਤਾਂ ਸਰਟਨ ਵੈਬਸਾਈਟਸ ਦੇ ਉੱਤੇ ਐਡਵਰਟਾਈਜ਼ਮੈਂਟ ਹੋਣੀ ਜ਼ਰੂਰੀ ਹੈਗੀ ਜੌਬ ਬੈਂਕ ਇਜ਼ ਵਨ ਇੰਡੀਜਨਸ ਵੈਬਸਾਈਟ ਨਿਊਕਮਰਸ ਵੈਬਸਾਈਟ ਇਹਨਾਂ ਤੇ ਐਡਵਰਟਾਈਜ਼ਮੈਂਟ ਘੱਟੋ ਘੱਟ ਤਿੰਨਾਂ ਵੈਬਸਾਈਟ ਤੇ ਜ਼ਰੂਰ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਆ ਜਿਹੜੀ ਐਡਵਰਟਾਈਜ਼ਮੈਂਟ ਹੈ ਇਟ ਹੈਜ਼ ਟੂ ਰਨ ਫॉर ਮਿਨੀਮਮ 4 ਵੀਕਸ ਬਿਫੋਰ ਯੂ ਸੈਂਡ ਐਨ ਐਪਲੀਕੇਸ਼ਨ ਟੂ ਸਰਵਿਸ ਕੈਨੇਡਾ ਐਂਡ ਉੱਥੇ ਵੀ ਜਾ ਕੇ ਤੁਸੀਂ ਜੇ 100 ਐਪਲੀਕੈਂਟਸ ਨੇ ਅਪਲਾਈ ਕੀਤਾ ਤੁਸੀਂ ਇਸ ਪਾਰਟਿਕੂਲਰ ਐਪਲੀਕੈਂਟ ਨੂੰ ਕਿਉਂ ਪਿਕ ਕੀਤਾ ਸੋ ਬਾਕੀ 99 ਨੂੰ ਤੁਸੀਂ ਕਿਉਂ ਜਾਣ ਦਿੱਤਾ ਸੋ ਉਹ ਸਾਰੀਆਂ ਐਕਸਪਲੇਨੇਸ਼ਨਸ ਦੇ ਨਾਲ ਤੁਹਾਡੀ ਫਾਈਲ ਸਰਵਿਸ ਕੈਨੇਡਾ ਦੇ ਕੋਲ ਜਾਂਦੀ ਹੈਗੀ ਹੈ ਐਂਡ ਆਫੀਸਰਸ ਉੱਥੇ ਆ ਕੇ ਫਿਰ ਰਿਵਰਟ ਬੈਕ ਕਰਦੇ ਨੇ ਤੁਹਾਡੇ EMPLOYER ਨੂੰ ਜਾਂ ਤੁਹਾਡੇ ਕੰਸਲਟੈਂਟ ਨੂੰ why was this applicant picked up ਕੀ ਰੀਜ਼ਨਸ ਹੈਗੇ ਨੇ ਉਹਨਾਂ ਨੂੰ ਐਡਰੈਸ ਕਰਨਾ ਹੁੰਦਾ ਹੈ ਐਂਡ ਉਸ ਤੋਂ ਬਾਅਦ ਕੰਪਨੀ ਦੇ ਹਾਲਾਤ ਦੇਖ ਕੇ ਕਿ ਉਹ ਸੈਲਰੀ ਦੇਣ ਦੇ ਵਿੱਚ ਉਹਨਾਂ ਨੂੰ ਕੋਈ ਇਸ ਐਪਲੀਕੈਂਟ ਨੂੰ ਕੋਈ ਦਿੱਕਤ ਤਾਂ ਨਹੀਂ ਆਏਗੀ ਕਿੰਨਾ ਰੈਵਨਿਊ ਹੈਗਾ ਕਿੰਨੇ EMPLOYEES ਪ੍ਰੀਵੀਅਸਲੀ ਕੰਮ ਕਰ ਰਹੇ ਨੇ ਲੇਆਫਸ ਕਿੰਨੀਆਂ ਦਿੱਤੀਆਂ ਹੈਗੀਆਂ ਇਸ ਕੈਟਾਗਰੀ ਦੇ ਵਿੱਚ ਉਹ ਸਾਰਿਆਂ ਨੂੰ ਦੇਖਦਿਆਂ ਹੋਇਆ ਉਹ ਡਿਸੀਜਨ ਪੋਜ਼ਿਟਿਵ ਜਾਂ ਨੈਗੇਟਿਵ ਇਸ਼ੂ ਕਰਦੇ ਹੈਗੇ ਨੇ ਸੋ ਤਕਰੀਬਨ 2.5 ਤੋਂ 3 ਮਹੀਨਿਆਂ ਦਾ ਟਾਈਮ ਹੈਗਾ LMIA ਇਸ਼ੂ ਹੋਣ ਦੇ ਵਿੱਚ ਉਸ ਤੋਂ ਬਾਅਦ ਜੇ ਅੱਗੇ ਗੱਲ ਕਰੀਏ ਵਰਕ ਪਰਮਿਟ ਦਾ ਉਹ ਤਕਰੀਬਨ 4 ਤੋਂ ਲੈ ਕੇ 16 ਹਫ਼ਤਿਆਂ ਦਾ ਟਾਈਮ ਚੱਲ ਰਿਹਾ ਜੀ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਵਿਦਿਨ ਕੈਨੇਡਾ ਐਪਲੀਕੇਸ਼ਨਸ ਲੱਗ ਰਹੀਆਂ ਹੈਗੀਆਂ ਵਰਕ ਪਰਮਿਟ ਵਾਸਤੇ ਸਰ ਇਹਦੇ ਬਾਰੇ ਮੈਂ ਹੋਰ ਵੀ ਕੁਐਸਚਨ ਪੁੱਟ ਕਰਾਂਗੀ ਪਹਿਲਾਂ ਕਾਲਰ ਜੁੜ ਗਏ ਨੇ ਉਹਨਾਂ ਦੇ ਸਵਾਲ ਲੈ ਲਈਏ ਫਿਰ ਮੈਂ ਇਹਦੇ ਤੇ ਵਾਪਸ ਆਉਂਦੀ ਹਾਂ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਨੂਰ ਸਿੰਘ ਮੈਂ ਟੋਰਾਂਟੋ ਤੋਂ ਬੋਲ ਰਿਹਾ ਜੀ ਸਰ ਹਾਂਜੀ ਮੇਰਾ ਸਵਾਲ ਹੈ ਸਰ ਨੂੰ ਕਿ ਜਿਵੇਂ ਆਪਣਾ ਓਨਟਾਰੀਓ PNP ਹੈ ਜੋ ਉਸਦੇ ਵਿੱਚ ਜਿਵੇਂ 5 ਬੰਦੇ PR ਜਿਹੜੇ ਵਰਕਰ ਕਰਦੇ ਕੰਮ ਹੋਣੇ ਚਾਹੀਦੇ ਉਹਨਾਂ ਅੰਦਰ ਇੱਕ ਬੰਦਾ PR ਲਈ ਅਪਲਾਈ ਕਰ ਸਕਦਾ ਹੈ ਇਹ ਹਜੇ ਫਿਲਹਾਲ ਚੱਲ ਰਿਹਾ ਜਾਂ ਜਿੰਨੇ ਮਰਜ਼ੀ ਅਪਲਾਈ ਕਰ ਸਕਦੇ ਆ ਉਸ 5 ਬੰਦਿਆਂ ਦੇ ਅੰਦਰ ਜੀ ਸਰ
ਕੁਝ ਪੁੱਛਣਾ ਜਾਂ ਆਨਸਰ ਦੇਈਏ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ ਜੀ, ਸ਼ਾਇਦ ਮਾਫੀ ਚਾਹਾਂਗੇ, ਫੋਨ ਡਿਸਕਨੈਕਟ ਹੋ ਗਿਆ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਵਿਨੀਪੈਗ ਤੋਂ ਗੱਲ ਕਰ ਰਿਹਾ, ਪਹਿਲਾਂ ਵੀ ਕਾਲ ਕੀਤੀ ਸੀ। ਇੱਕ ਮੇਰਾ ਕੁਐਸਚਨ ਹੋਰ ਸੀ ਮੈਮ ਜੀ। ਮੇਰੀ ਪੀਆਰ ਦੀ ਫਾਈਲ 1 ਅਕਤੂਬਰ 2019 ਦੀ ਲੱਗੀ ਹੋਈ ਹੈ ਜੀ, ਤਾਂ ਕਿੰਨੀ ਕੁ ਉਮੀਦ ਲੈ ਕੇ ਚੱਲੀਏ ਕਿ ਪੀਆਰ ਹੋ ਜੀ? ਲਾਈਕ ਮੇਰੀ 90% ਫਾਈਲ ਕੰਪਲੀਟ ਹੋ ਚੁੱਕੀ ਹੋਈ ਆ। ਐਨੀ ਆਈਡੀਆ? ਜੀ ਸਰ, ਆਪਾਂ ਟੀਵੀ ਸਕਰੀਨ ਤੇ ਆਨਸਰ ਦੇਈਏ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਓਕੇ ਮੈਮ, ਥੈਂਕ ਸਰ, ਪਹਿਲਾਂ ਜਿਨ੍ਹਾਂ ਨੇ ਟੋਰਾਂਟੋ ਤੋਂ ਕਾਲ ਕੀਤੀ ਸੀ, ਪੀਐਨਪੀ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਸੀ ਕਿ EMPLOYER ਦੇ ਕੋਲ ਕਿੰਨੇ ਪੀਆਰ ਹੋਲਡਰ ਜਿਹੜੇ ਕੰਮ ਕਰਦੇ ਹੋਣੇ ਚਾਹੀਦੇ ਆ। ਓਕੇ ਜੀ, ਓਕੇ, ਸਭ ਤੋਂ ਪਹਿਲਾਂ ਤਾਂ ਜੀ ਪੀਐਨਪੀ ਦੇ ਵਿੱਚ ਕਾਫੀ ਸਾਰੀਆਂ ਚੇਂਜਸ ਆ ਰਹੀਆਂ ਹੈਗੀਆਂ। ਐਕਸਪ੍ਰੈਸ਼ਨ ਆਫ ਇੰਟਰਸਟ ਇੱਕ ਨਵੀਂ ਕੈਟੇਗਰੀ ਸ਼ੁਰੂ ਕੀਤੀ ਗਈ ਹੈ ਕਿ ਹੁਣ ਇਸ ਤਰ੍ਹਾਂ ਨਹੀਂ ਕਿ 2 ਘੰਟਿਆਂ ਵਾਸਤੇ ਫਾਈਲ ਇਨਟੇਕ ਹੋਏਗਾ। ਹੁਣ ਬੇਸਿਕਲੀ ਐਕਸਪ੍ਰੈਸ਼ਨ ਆਫ ਇੰਟਰਸਟ ਹੈ, ਤੁਸੀਂ ਆਪਣੀ ਫਾਈਲ ਪਾ ਸਕੋਗੇ। ਇਸ ਪ੍ਰੋਗਰਾਮ ਨੂੰ ਇੰਪਲੀਮੈਂਟੇਸ਼ਨ ਬੜੀ ਜਲਦੀ ਹੋਣ ਵਾਲੀ ਹੈਗੀ ਹੈ। ਹੁਣ ਦੂਸਰੀ ਚੀਜ਼ ਆ ਗਈ ਕਿ EMPLOYER ਦੀ ਕੀ ਰਿਕੁਆਇਰਮੈਂਟਸ ਹੈਗੀਆਂ। EMPLOYER ਦੀਆਂ ਰਿਕੁਆਇਰਮੈਂਟਸ ਹੈਗੀਆਂ, ਜੇ GTA ਦੇ ਅੰਦਰ EMPLOYER ਹੈਗਾ ਆ, ਉਹਦਾ ਰੈਵਨਿਊ ਜਿਹੜਾ ਹੈਗਾ 1 ਮਿਲੀਅਨ ਤੋਂ ਉੱਪਰ ਹੋਣਾ ਚਾਹੀਦਾ। 5 ਫੁੱਲ ਟਾਈਮ PR ਕੈਨੇਡੀਅਨਸ ਉੱਥੇ ਕੰਮ ਕਰਦੇ ਹੋਣੇ ਚਾਹੀਦੇ। ਹਰ 5 ਦੇ ਪਿੱਛੇ ਇੱਕ ਐਪਲੀਕੈਂਟ ਨੂੰ EMPLOYER ਹੈਲਪ ਕਰ ਸਕਦਾ ਹੈ, ਇੱਕ ਐਪਲੀਕੈਂਟ ਨੂੰ। ਸੋ ਜੇ GTA ਤੋਂ ਬਾਹਰ ਹੈਗਾ, 500,000 ਦਾ ਰੈਵਨਿਊ ਰਿਕੁਆਇਰਡ ਹੈ, 3 PR ਕੈਨੇਡੀਅਨ EMPLOYEES ਰਿਕੁਆਇਰਡ ਹੈਗੇ ਨੇ ਜੀ, ਜਿੱਥੇ ਕੰਮ ਕਰਦੇ ਹੋ। ਹਰ 3 ਦੇ ਪਿੱਛੇ ਉਹ ਇੱਕ ਐਪਲੀਕੈਂਟ ਨੂੰ ਦੇ ਸਕਦੇ। ਸੋ ਸਪੋਜ਼ 9 ਬੰਦੇ ਕੰਮ ਕਰ ਰਹੇ ਨੇ ਤੇ 3 ਐਪਲੀਕੈਂਟਸ ਨੂੰ ਉਹ EMPLOYER ਹੈਲਪ ਕਰ ਸਕਦਾ ਹੈਗਾ ਜੀ ਬਿਲਕੁਲ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ। ਹੈਲੋ, ਮੁਆਫੀ ਚਾਹਾਂਗੇ, ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਹੈ, ਜਦੋਂ ਸਾਡੇ ਨਾਲ ਫੋਨ ਤੇ ਤੁਸੀਂ ਜੁੜੇ ਹੁੰਦੇ ਹੋ, ਪਲੀਜ਼ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰ ਦਿਆ ਕਰੋ। ਤੁਹਾਡੀ ਆਵਾਜ਼ ਫਿਰ ਸਾਨੂੰ ਸੁਣਾਈ ਨਹੀਂ ਦਿੰਦੀ। ਸਰ, ਇਸ ਤੋਂ ਬਾਅਦ ਵਿਨੀਪੈਗ ਤੋਂ ਕਾਲ ਆਈ ਸੀ, ਉਹਨਾਂ ਨੇ ਦੁਬਾਰਾ ਪੁੱਛਿਆ ਸੀ ਕਿ ਪੀਆਰ ਦੀ ਫਾਈਲ 1 ਅਕਤੂਬਰ 2019 ਦੀ ਜਿਹੜੀ ਹੋਈ ਲੱਗੀ ਹੋਈ ਹੈ, 90% ਕੰਪਲੀਟ ਹੋ ਚੁੱਕੀ ਹੈ, ਤੇ ਕਿੰਨੇ ਚਾਂਸਸ ਨੇ, ਕਦੋਂ ਤੱਕ ਆਉਣਗੇ? ਇਹਨਾਂ ਦੀ ਐਪਲੀਕੇਸ਼ਨ 1 ਤੋਂ 2 ਮਹੀਨਿਆਂ ਦੇ ਅੰਦਰ ਪ੍ਰੋਸੈਸ ਹੋਣੀ ਚਾਹੀਦੀ ਹੈ। ਹੀ ਇਜ਼ ਵੈਰੀ ਕਲੋਜ਼ ਟੂ ਗੈਟਿੰਗ ਦਾ ਵੀਜ਼ਾ। ਸਟੈਂਪਿੰਗ ਇਹਨਾਂ ਦੀ ਕਾਫੀ ਕਲੋਜ਼ ਹੈ। COPR ਆਉਣ ਵਾਲਾ ਹੈਗਾ ਜੀ। ਬਟ ਮਿਠਾਈ ਦਾ ਡੱਬਾ ਤਿਆਰ ਰੱਖਣ ਤੁਹਾਡੇ ਕੋਲ ਭੇਜਣ ਵਾਸਤੇ। ਭੇਜਦਾ ਕੋਈ ਨਹੀਂ ਸਰ। ਬਿਲਕੁਲ। ਨੈਕਸਟ ਕਾਲਰ ਜੁੜ ਗਏ ਨੇ ਜੀ, ਉਹਨਾਂ ਦੀ ਵੀ ਅਸੀਂ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਵਿਨੀਪੈਗ ਤੋਂ ਬੋਲ ਰਿਹਾ ਸੀ ਜੀ। ਦੱਸੋ ਜੀ। ਸਾਡਾ ਕੁਐਸਚਨ ਸੀਗਾ ਜੀ, ਅਸੀਂ ਪਤਾ ਕਰਨਾ ਚਾਹੁੰਦੇ ਜਿਹੜੇ ਨਵੇਂ ਮੈਰਿਜ ਕੇਸ ਨੇ, ਸਪਾਊਸ ਕੇਸ, ਇੰਡੀਆ ਤੋਂ ਲੜਕਾ ਨੇ ਮੈਰਿਜ ਕਰਾਈ ਆ ਜਸਟ ਲਾਸਟ ਵੀਕ, ਤੇ ਉਹਦੀ ਪ੍ਰੋਸੈਸਿੰਗ ਟਾਈਮ ਨੂੰ ਦਾ ਪਤਾ ਕਰਨਾ ਸੀਗਾ ਲੜਕੇ ਦਾ। ਐਂਡ ਇਟ ਇਜ਼ ਅ ਡਾਈਵੋਰਸ ਕੇਸ ਜੀ, ਥਰਡ ਮੈਰਿਜ ਹੈ ਜੀ। ਤੁਸੀਂ ਸਰ ਕੁਝ ਪੁੱਛਣਾ ਜਾਂ ਆਨਸਰ ਦੇਈਏ? ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਜੀ ਸਰ। ਤਾਂ ਨਾਰਮਲ ਜੇ ਅਸੀਂ ਆਈਡਲ ਸਰਕਮਸਟੈਂਸਸ ਦੇ ਵਿੱਚ ਦੇਖੀਏ ਤੇ 1 ਸਾਲ ਦੇ ਅੰਦਰ ਸਪਾਊਸਲ ਐਪਲੀਕੇਸ਼ਨ ਪ੍ਰੋਸੈਸ ਹੁੰਦੀਆਂ ਸੀਗੀਆਂ ਪਹਿਲਾਂ ਜੀ। ਐਂਡ ਜੇ ਉੱਥੇ ਵੀ ਕੋਈ ਕੰਪਲਿਕੇਸ਼ਨ ਸੀਗੀਆਂ ਕਿ ਡਿਵੋਰਸ ਕੇਸ ਸੀਗਾ ਫਰਸਟ ਔਰ ਸੈਕੰਡ, ਤੇ ਉਹ ਡਿਲੇ ਕਰਦੀਆਂ ਸੀਗੀਆਂ ਬਿਕੋਜ਼ ਆਫਿਸਰ ਡਿਟਰਮਿਨ ਕਰਨਾ ਚਾਹੁੰਦੇ ਨੇ ਕਿਤੇ ਫਰਸਟ ਸੈਕੰਡ ਮੈਰਿਜ, ਕਿਤੇ ਮੈਰਿਜ ਆਫ ਕਨਵੀਨੀਅੰਸ ਕੈਨੇਡਾ ਆਉਣ ਵਾਸਤੇ ਲਿਆਉਣ ਵਾਸਤੇ ਤਾਂ ਨਹੀਂ ਕੀਤੀ ਗਈ। ਸੋ ਉਹ ਚੀਜ਼ ਨੂੰ ਟਾਈਮ ਲੱਗਦਾ ਹੀ ਹੈਗਾ। ਐਂਡ ਨਾਰਮਲ ਪ੍ਰੋਸੈਸਿੰਗ ਟਾਈਮ 1.25 ਸਾਲ ਤੋਂ 1.5 ਸਾਲ ਆਈਡਲ ਕੰਡੀਸ਼ਨਸ ਦੇ ਵਿੱਚ ਸੀਗਾ ਜੀ। ਅੱਜ ਦੀ ਤਰੀਕ ਦੇ ਵਿੱਚ ਇਹ ਹਾਲਾਤ ਜੇ ਕੋਵਿਡ ਦੇ ਬਣੇ ਰਹਿੰਦੇ ਨੇ ਤੇ ਟਾਈਮ ਪੀਰੀਅਡ ਉਹਨਾਂ ਤੁਸੀਂ ਐਡ ਕਰਨਾ ਪੈਣਾ। ਬਟ ਆਈ ਥਿੰਕ ਵਰੀ ਕਰਨ ਤੋਂ ਚੰਗਾ ਹੈਗਾ ਕਿ ਟਾਈਮ ਪੀਰੀਅਡ ਪੁੱਛਣ ਤੋਂ ਪਹਿਲਾਂ ਕਿ ਫਾਈਲ ਪੁੱਟ ਅਪ ਕੀਤੀ ਜਾਵੇ ਤਾਂ ਕਿ ਤੁਸੀਂ ਕਿਊ ਦੇ ਵਿੱਚ ਐਟਲੀਸਟ ਆ ਜਾਓ। ਜੀ। ਨੈਕਸਟ ਕਾਲਰ ਜੁੜ ਕੇ ਨੇ, ਮੁਆਫੀ ਚਾਹਾਂਗੇ ਸਰ। ਇੱਕ ਕੈਲੇਡਨ ਤੋਂ ਸਰ ਦੀ ਕਾਲ ਆਈ ਸੀ, ਉਹਨਾਂ ਨੇ ਕਿਹਾ ਸੀ ਕਿ ਪਾਸਪੋਰਟ ਉਹਨਾਂ ਦੀ ਸਿਸਟਰ ਦਾ ਜਿਹੜਾ ਅਪਲਾਈ ਕੀਤਾ ਸੀ ਆ ਚੁੱਕਿਆ ਸੀ। ਉਹਨਾਂ ਨੇ ਦੁਬਾਰਾ ਕਾਲ ਕਰਕੇ ਪ੍ਰੋਸੈਸਿੰਗ ਟਾਈਮ ਬਾਰੇ ਪੁੱਛਿਆ ਸੀ, ਜਿਹੜੀਆਂ ਹੁਣ ਨਵੀਆਂ ਐਪਲੀਕੇਸ਼ਨਸ ਆਈਆਂ ਨੇ ਕਿੰਨਾ ਟਾਈਮ ਲੱਗ ਸਕਦਾ, ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਕੇ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਆਪਣੇ ਟੀਵੀ ਦੀ ਆਵਾਜ਼ ਨੂੰ ਘੱਟ ਕਰ ਦਿਓ ਪਲੀਜ਼। ਅਸੀਂ ਬ੍ਰੈਂਪਟਨ ਤੋਂ ਬੋਲਦੇ ਹੈਗੇ ਆ ਜੀ। ਤੇ ਆਪਾਂ ਪੁੱਛਣਾ ਸੀਗਾ ਨੈਣੀ ਬਾਰੇ ਵੀ ਉੱਥੋਂ ਨੈਣੀ ਦਾ ਕੋਰਸ ਕਰਕੇ ਤੇ ਫਿਰ ਉਹ ਐਕਸਪੀਰੀਅੰਸ ਵੀ ਚਾਹੀਦਾ ਸਾਲ ਦਾ। ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਹਾਂਜੀ। ਜੀ। ਨੈਕਸਟ ਕਾਲਰ ਜੁੜ ਗਏ ਨੇ ਸਾਡੇ ਨਾਲ, ਮਾਫੀ ਚਾਹਾਂਗੇ ਫੋਨ ਡਿਸਕਨੈਕਟ ਹੋ ਗਿਆ। ਸਰ, ਨੈਣੀ ਵਾਲਿਆਂ ਦੇ ਬਾਰੇ ਵਿੱਚ ਇਨਕੁਆਇਰੀ ਹੈਗੀ ਆ, ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਤੋਂ ਕੁਐਸਚਨ ਪੁੱਛਣਾ ਨਮਸਕਾਰ, ਮੈਂ ਆਰਮਨ ਬੋਲ ਰਿਹਾ ਇੰਟਰਵਿਊ। ਜੀ ਸਰ। ਮੇਰੇ ਬਦਲ ਦਾ ਸੁਪਰ ਵੀਜ਼ਾ ਅਪਲਾਈ ਕੀਤਾ ਹੋਇਆ ਤੇ ਉਹਨਾਂ ਦੀ ਬਾਇਓਮੈਟ੍ਰਿਕ ਹੋ ਚੁੱਕੀ ਹੈ ਤੇ ਉਹਨਾਂ ਦੀ ਮਾਰਚ ਦੇ ਫਸਟ ਵੀਕ ਬਾਇਓਮੈਟ੍ਰਿਕ ਹੋਈ ਹੈ ਤੇ ਉਹਨਾਂ ਦੀ ਕਦ ਤੱਕ ਸੁਪਰ ਵੀਜ਼ਾ ਦੀ ਕਾਲ ਆ ਸਕਦੀ ਹੈ ਇੰਡੀਆ ਤੋਂ ਫੰਡ ਲਈ?
ਇੰਡੀਆ ਤੋਂ ਫਾਈਲ ਆਈ ਹੈ ਜੀ। ਤੁਸੀਂ ਟੀਵੀ ਐਲੀਆ ਸੁਪਰ ਵੀਜ਼ਾ ਜੀ, ਮਿਸਟਰ ਤੁਸੀਂ ਵੀਜ਼ਾ ਆਉਂਦਾ ਲੱਗਿਆ ਹੋਇਆ। ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ ਸਰ। ਬਰੈਂਪਟਨ ਤੋਂ ਜਿਨ੍ਹਾਂ ਨੇ ਨੈਨੀ ਦੇ ਬਾਰੇ ਵਿੱਚ ਪਹਿਲਾਂ ਪੁੱਛਣਾ ਚਾਹੁੰਦੇ ਸੀਗੇ ਕਿ ਕੋਰਸ ਕਰਨ ਤੋਂ ਬਾਅਦ ਕੀ ਐਕਸਪੀਰੀਅੰਸ ਵੀ ਜ਼ਰੂਰੀ ਹੈ। ਓਕੇ, ਤਾਂ ਜਦ ਵੀ ਅਸੀਂ ਲਾਸਟ ਜਿਹੜਾ ਪ੍ਰੋਗਰਾਮ ਕੀਤਾ ਸੀ ਨਾ, ਜੋ ਕੇਅਰ ਗਿਵਰ ਦੇ ਉੱਤੇ, ਨੈਨੀਜ਼ ਦੇ ਉੱਤੇ ਕੀਤਾ ਸੀਗਾ, ਤੁਸੀਂ ਜੇ ਉਹ ਪਿਛਲੀ ਰਿਕਾਰਡਿੰਗ ਦੇਖੋਗੇ ਇਟ ਵਿਲ ਬੀ ਬੈਟਰ। ਓਕੇ, ਮੈਂ ਤੁਹਾਨੂੰ ਜਵਾਬ ਜ਼ਰੂਰ ਦਵਾਂਗਾ ਜੀ ਇਸ ਚੀਜ਼ ਦਾ। ਨਾਰਮਲੀ ਅਸੀਂ ਕਹਿੰਦੇ ਆ ਕਿ ਐਪਲੀਕੈਂਟ ਨੂੰ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਹੈ ਕਿ ਉਹ ਜਿਹੜੀ ਜੌਬ ਕਰਨ ਆ ਰਹੇ ਨੇ ਇੱਥੇ, ਉਹ ਚੰਗੀ ਤਰ੍ਹਾਂ ਉਹ ਜੌਬ ਕਰ ਸਕਦੇ ਨੇ। ਸੋ ਐਜੂਕੇਸ਼ਨ ਦੇ ਨਾਲ ਨਾਲ ਐਕਸਪੀਰੀਅੰਸ ਹੋਵੇ ਤਾਂ ਇਟ ਇਜ਼ ਆਲਵੇਜ਼ ਬੈਟਰ ਐਂਡ ਇਟ ਇਜ਼ ਆਲਵੇਜ਼ ਰਿਕਮੈਂਡਡ। ਸੋ ਐਕਸਪੀਰੀਅੰਸ as per me it ਹੋਵੇ it would be an added advantage because officer ਨੂੰ clearly ਨਜ਼ਰ ਆਏਗਾ ਕਿ ਉਹ ਚੰਗੀ ਤਰ੍ਹਾਂ ਆਪਣੀ ਕੇਅਰ ਗਿਵਰ ਦੀ ਜਾਂ ਨੈਨੀ ਦੀ ਜਾਂ ਹੋਮ ਕੇਅਰ ਦੀ ਜਾਂ ਚਾਈਲਡ ਕੇਅਰ ਦੀ ਜੌਬ ਕਰ ਸਕਦੇ ਨੇ। ਸੋ ਐਕਸਪੀਰੀਅੰਸ ਲਾਜ਼ਮੀ ਹੈਗਾ ਹੈ ਜੀ as per me, but there are people who put up an application without experience as well। ਉਹ ਸਿਰਫ ਐਜੂਕੇਸ਼ਨ ਦੇ ਬੇਸ ਦੇ ਉੱਤੇ ਲਗਾ ਦਿੰਦੇ ਨੇ, ਬਟ ਵੀ ਆਲਵੇਜ਼ ਪ੍ਰੈਫਰ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਜ਼ਰੂਰ ਹੋਣਾ ਚਾਹੀਦਾ ਹੈਗਾ, ਕਿਉਂਕਿ ਸਕਸੈਸ ਰੇਟ ਤੁਹਾਡੇ ਐਪਲੀਕੈਂਟ ਦਾ ਵੱਧ ਜਾਂਦਾ ਹੈਗਾ। ਕਿਉਂਕਿ 1.5 ਸਾਲ ਬਾਅਦ 2 ਸਾਲ ਬਾਅਦ ਤੁਹਾਨੂੰ ਜਵਾਬ ਆਉਂਦਾ। ਜੇ 1.5 ਸਾਲ ਬਾਅਦ 2 ਸਾਲ ਬਾਅਦ ਜਵਾਬ ਆਇਆ ਕਿ ਤੁਹਾਡਾ ਐਕਸਪੀਰੀਅੰਸ ਦੀ ਲੈਕਿੰਗ ਕਰਕੇ ਤੁਹਾਡੀ ਐਪਲੀਕੇਸ਼ਨ ਅਸੀਂ ਰਿਫਿਊਜ਼ ਕਰ ਰਹੇ ਹਾਂ ਜਦੋਂ ਐਪਲੀਕੇਸ਼ਨ ਪੁੱਟ ਅਪ ਕੀਤੀ ਸੀਗੀ, ਤੇ ਫਿਰ ਤੁਸੀਂ ਅਪੀਲਾਂ ਦੇ ਚੱਕਰਾਂ ਦੇ ਵਿੱਚ ਪਏ ਰਹੋਗੇ ਜੀ। ਇਸ ਤੋਂ ਬਾਅਦ ਅਰਵਿੰਦ ਜੀ ਦਾ ਸਵਾਲ ਆਇਆ ਸੀ ਕਿ ਉਹਨਾਂ ਨੇ ਆਪਣੇ ਬ੍ਰਦਰ ਦਾ ਸੁਪਰ ਵੀਜ਼ਾ ਲਈ ਅਪਲਾਈ ਕੀਤਾ ਹੋਇਆ, ਵਿਜ਼ਟਰ ਵੀਜ਼ਾ ਪਹਿਲਾਂ ਲੱਗਿਆ ਹੋਇਆ, ਬਾਇਓਮੈਟ੍ਰਿਕਸ ਮਾਰਚ ਦੇ ਫਸਟ ਵੀਕ ਹੋ ਗਏ ਸੀ, ਇੰਡੀਆ ਤੋਂ ਫਾਈਲ ਲਗਾਈ ਹੈ, ਕਿੰਨਾ ਟਾਈਮ ਲੱਗ ਸਕਦਾ? ਆਪਣੇ ਮਦਰ ਦਾ ਕੀਤਾ ਅੱਜ ਦੀ ਤਰੀਕ ਦੇ। ਬ੍ਰਦਰ ਦਾ ਸੁਪਰ ਵੀਜ਼ਾ ਤਾਂ ਹੋ ਹੀ ਨਹੀਂ ਸਕਦਾ। ਸੁਪਰ ਵੀਜ਼ਾ ਤੇ ਸਿਰਫ ਪੇਰੈਂਟਸ ਦਾ ਹੈਗਾ ਹੈ, ਰਾਈਟ। ਸੋ ਸੁਪਰ ਵੀਜ਼ਾ ਨੂੰ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਵੀਜ਼ੇ ਪ੍ਰੋਸੈਸ ਹੋ ਰਹੇ ਨੇ ਉਹ ਸਿਰਫ ਇਮੀਡੀਏਟ ਫੈਮਿਲੀ ਦੇ ਹੋ ਰਹੇ ਨੇ ਜੀ। ਸੋ ਹੋਪਫੁਲੀ ਯੋਰ ਮਦਰ ਵਿਲ ਗੈਟ ਅ ਵੀਜ਼ਾ ਸੂਨ। there is no timeline to this application, can happen in 2 weeks, can take 6 to 8 weeks as well, so there is no processing time ਜੀ। ਨੈਕਸਟ ਕਾਲਰ ਵੀ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਮੁਆਫੀ ਚਾਹਾਂਗੇ, ਸੋ ਇੱਕ ਕਰਕੇ ਅਸੀਂ ਕਾਲਸ ਲੈਣੇ ਆ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ ਤੇ ਕੀ ਸਵਾਲ ਹੈ? ਮੈਂ ਵਿਨੀਪੈਗ ਤੋਂ ਗੱਲ ਕਰ ਰਿਹਾ ਜੀ। ਮੈਂ ਪੁੱਛਣਾ ਸੀਗਾ, ਜਿੱਦਾਂ ਮੇਰੀ PR ਫਾਈਲ ਹੋਈ ਆ 2019 ਦੇ ਵਿੱਚ, ਤੇ ਮੇਰਾ ਪ੍ਰੋਸੈਸਿੰਗ ਟਾਈਮ ਜਿਹੜਾ ਲਾਸਟ ਸੀਗਾ ਉਹ ਫਰਵਰੀ ਤੱਕ ਸੀਗਾ ਜੀ, ਤੇ ਫਰਵਰੀ 25 ਤੋਂ ਬਾਅਦ 2 ਮਹੀਨੇ ਦਾ ਫਿਰ ਵਧਾ ਦਿੱਤਾ ਗਿਆ ਅੱਗੇ। ਹੁਣ 1 ਮਹੀਨੇ ਦਾ ਹੋਰ ਰਹਿੰਦਾ, ਉਹਨੇ ਟਾਈਮ ਦੇ ਵਿੱਚ PR ਆ ਜਾਊਗੀ ਜਾਂ ਉਸ ਤੋਂ ਹੋਰ ਵੀ ਦੁਬਾਰਾ ਫਿਰ ਅੱਗੇ ਵੱਧ ਸਕਦਾ ਟਾਈਮ? ਇਹਦੇ ਬਾਰੇ ਦੱਸਿਓ ਜੀ। ਜੀ ਸਰ, ਕੁਝ ਆਨਸਰ ਦਈਏ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਮੈਮ, ਮੈਂ ਸਰੀ ਤੋਂ ਬੋਲ ਰਿਹਾ ਜੀ, ਬਿਜ਼ਨਸ ਕਲਿੱਕ ਤੋਂ ਜੀ। ਤੇ ਮੈਮ ਮੈਂ ਪੁੱਛਣਾ ਸੀਗਾ ਕਿ ਮੇਰੀ ਵਾਈਫ ਨੇ ਐਕਸਪ੍ਰੈਸ ਐਂਟਰੀ ਅਪਲਾਈ ਕੀਤੀ ਸੀਗੀ, ਤੇ ਹੁਣ ਪ੍ਰੋਸੈਸਿੰਗ ਸਾਡਾ 100% ਡਨ ਹੈ ਜੀ 20-25 ਦਿਨ 5 ਤਰੀਕ ਦਾ। ਉਸ ਤੋਂ ਬਾਅਦ ਕੋਈ ਅਪਡੇਟ ਨਹੀਂ। ਪਹਿਲਾਂ ਆਰਸੀਐਮਪੀ ਦੀ ਰਿਪੋਰਟ ਮੰਗੀ ਸੀ, ਉਹਨਾਂ ਨੇ ਪੀਸੀਸੀ ਉਹਦੀ ਭੇਜ ਦਿੱਤੀ ਹੈ, 15-20 ਦਿਨ ਹੋ ਗਏ ਭੇਜੀ ਮੇਰੀ। ਫਿਰ ਉਸ ਤੋਂ ਬਾਅਦ ਹਾਲੇ ਕੋਈ ਡਿਸੀਜਨ ਨਹੀਂ, ਤੇ ਕਿੰਨਾ ਕੁ ਟਾਈਮ ਲੱਗੂਗਾ? ਆਲਰੇਡੀ 7 ਮੰਥ ਹੋ ਚੁੱਕੇ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਸਰ। ਪਹਿਲਾਂ ਜਿਹਨਾਂ ਦੀ ਵਿਨੀਪੈਗ ਤੋਂ ਕਾਲ ਆਈ ਸੀ, ਬਾਰ-ਬਾਰ ਉਹ ਕਹਿ ਰਹੇ ਸੀ ਟਾਈਮ ਵਧਾਇਆ ਜਾ ਰਿਹਾ ਵਾ। 29 ਦਿਨ ਦੀ ਫਾਈਲ ਲੱਗੀ ਹੋਈ ਸੀ SPI ਦੀ, ਐਂਡ ਤੁਹਾਡੀ ਐਪਲੀਕੇਸ਼ਨ ਇਜ਼ ਸ਼ੁੱਡ ਬੀ ਵੈਰੀ ਕਲੋਜ਼ ਟੂ ਗੈਟਿੰਗ ਪ੍ਰੋਸੈਸਡ। ਤੁਸੀਂ ਵੀ ਮਿਠਾਈ ਦੇ ਡੱਬੇ ਦੀ ਤਿਆਰੀ ਰੱਖੋ ਜੀ। ਜੀ ਬਿਲਕੁਲ। ਤੇ ਸਰੀ ਤੋਂ ਜਿਨ੍ਹਾਂ ਦੀ ਕਾਲ ਆਈ ਸੀ, ਵਾਈਫ ਤੇ ਐਕਸਪ੍ਰੈਸ ਐਂਟਰੀ ਦਾ ਲੱਗਿਆ ਹੋਇਆ 7 ਮੰਥ। ਇਹਨਾਂ ਨੂੰ ਵੀ COPR ਜਲਦੀ ਆ ਜਾਣਾ ਚਾਹੀਦਾ। ਜੇ ਇਹਨਾਂ ਦੀ ਪਹਿਲੇ ਪਿਕਚਰਸ ਦੀ ਫੋਟੋਗ੍ਰਾਫਸ ਦੀ ਰਿਕੁਆਇਰਮੈਂਟਸ ਆਏਗੀ, ਐਂਡ ਉਸ ਤੋਂ ਬਾਅਦ COPR ਆ ਜਾਣਾ ਚਾਹੀਦਾ ਜੀ। ਜੀ ਬਿਲਕੁਲ ਜੀ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਕੀ ਸਵਾਲ ਹੈ? ਅਸੀਂ ਨਵਾਂਸ਼ਹਿਰ ਤੋਂ ਬੋਲ ਰਹੇ ਹਾਂ ਜੀ। ਮੇਰੀ ਫਾਈਲ ਜੀ 2020 ਦੀ ਲੱਗੀ ਹੋਈ ਹੈ, ਮਾਰਚ ਦੀ, PR ਦੀ ਤੇ AIPP ਦੇ ਵਿੱਚ, ਤੇ ਮੇਰਾ ਜਿਹੜਾ ਸਤੰਬਰ ਦੇ ਵਿੱਚ ਟਾਈਮ ਕੰਪਲੀਟ ਹੋ ਗਿਆ, ਤੇ ਮੇਰਾ AR ਲੈਟਰ ਜਿਹੜਾ ਆਪਣਾ 20 ਨਵੰਬਰ ਨੂੰ ਆਇਆ, ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਆਈ ਜੀ। ਸਰ ਕੁਝ ਪੁੱਛਣਾ ਜਾਂ ਆਨਸਰ ਦਈਏ? ਤੁਹਾਡਾ ਨਵੰਬਰ ਦੇ ਵਿੱਚ ਕੀ ਆਇਆ ਸੀਗਾ? AR ਲੈਟਰ ਐਪਲੀਕੇਸ਼ਨ ਨੰਬਰ। ਨਾਰਮਲੀ ਪ੍ਰੋਸੈਸਿੰਗ ਟਾਈਮ AIPP ਦਾ ਕਾਫੀ ਫਾਸਟ ਹੈਗਾ ਜੀ, ਐਂਡ ਕਿਸੇ ਸਰਕਮਸਟੈਂਸਿਸ ਦੇ ਵਿੱਚ ਜਿੱਥੇ ਇਨਵੈਸਟੀਗੇਸ਼ਨਸ ਹੋ ਜਾਂਦੀਆਂ ਜਾਂ EMPLOYER ਨੇ ਪਹਿਲੇ ਵੀ ਕਿਸੇ ਨੂੰ ਸਪਾਂਸਰ ਕੀਤਾ ਐਂਡ ਉਹਦੀ ਕੋਈ ਕੰਪਲੇਂਟ ਹੈਗੀ, ਉਹ ਡਿਕਲੇਅਰ ਕਰ ਸਕਦੀ ਹੈ ਫਾਈਲ। ਅਦਰਵਾਈਜ਼ ਇਟ ਸ਼ੁੱਡ ਗੈਟ ਪ੍ਰੋਸੈਸਡ, ਬਿਕੋਜ਼ ਨਵੰਬਰ ਦਾ ਜੇ ਤੁਹਾਡੇ ਕੋਲ AOR ਆਇਆ ਹੋਇਆ ਤੇ ਯੂ ਆਰ ਆਲਮੋਸਟ ਦੇਅਰ, ਆ ਜਾਣੀ ਚਾਹੀਦੀ ਤੁਹਾਡੀ। ਜੀ ਸ਼ੁਕਰੀਆ ਜੀ ਕਾਲ ਕਰਨ ਲਈ ਤੁਹਾਡਾ, ਬਹੁਤ ਬਹੁਤ ਧੰਨਵਾਦ ਸਰ। ਨੈਕਸਟ ਕਾਲਰ ਵੀ ਜੁੜ ਗਏ ਨੇ, ਉਹਨਾਂ ਦੀਆਂ ਵੀ ਅਸੀਂ ਕਾਲਸ ਲੈ ਲਈਏ ਇੱਕ ਕਰਕੇ, ਫਿਰ ਅਸੀਂ ਆਪਣੇ ਕੁਐਸਚਨ ਤੇ ਆਉਂਦੇ ਹਾਂ। ਸਰ ਵਿਜ਼ਟਰ ਵੀਜ਼ਾ ਵਾਲਿਆਂ ਦੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ, ਸਾਨੂੰ ਦਰਸ਼ਕ ਪੁੱਛ ਰਹੇ ਨੇ ਕਿ ਏਜ ਲਿਮਿਟ ਕੀ ਹੋ ਸਕਦੀ ਹੈ ਤੇ ਕੀ ਇਹਦੇ ਲਈ IELTS ਦੀ ਵੀ ਰਿਕੁਆਇਰਮੈਂਟ ਹੈ?
ਵਿਜ਼ਟਰ ਜਿਹੜੇ ਆ ਕੇ ਹਾਂਜੀ ਵਰਕ ਪਰਮਿਟ ਲਈ ਅਪਲਾਈ ਕਰਦੇ ਨੇ। ਓਕੇ ਬੇਸਿਕਲੀ ਓਕੇ ਤਰਨ ਜੀ ਇਹਦੇ ਚ ਆਫਿਸਰ ਦੇਖਣਾ ਕੀ ਚਾਹੁੰਦਾ ਕਿ ਪਹਿਲੇ ਤਾਂ ਤੁਹਾਡਾ ਸਟੇਟਸ ਇੱਥੇ ਕੈਨੇਡਾ ਦੇ ਵਿੱਚ ਵਿਜ਼ਟਰ ਤੋਂ ਬਾਹਰ ਨਹੀਂ ਹੋਣੇ ਚਾਹੀਦੇ। ਜੇ ਤੁਹਾਡਾ 6 ਮਹੀਨੇ ਹੋਣ ਵਾਲਾ ਤਾਂ ਤੁਹਾਡੀ ਐਕਸਟੈਂਸ਼ਨ ਹੋਣੀ ਚਾਹੀਦੀ ਹੈ ਐਂਡ ਤੁਸੀਂ ਸਟੇਟਸ ਦੇ ਵਿੱਚ ਹੋਣੇ ਚਾਹੀਦੇ ਹੋ। LMI ਜ਼ਰੂਰ ਚਾਹੀਦਾ ਹੈ ਜੀ। ਦੂਸਰਾ ਚੀਜ਼ ਆਫਿਸਰ ਦੇਖਣਾ ਚਾਹੁੰਦਾ ਹੈ, ਤੀਸਰੀ ਚੀਜ਼ ਕਿ ਜਿਹੜਾ ਤੁਸੀਂ ਵਿਜ਼ਿਟ ਵੀਜ਼ਾ ਲੈਣ ਵੇਲੇ ਐਕਸਪੀਰੀਅੰਸ ਸ਼ੋ ਕੀਤਾ ਸੀਗਾ ਉਹ ਸੇਮ ਹੈਗਾ ਜਿਹੜਾ ਤੁਹਾਨੂੰ ਜੌਬ ਆਫਰ ਕੀਤੀ ਜਾ ਰਹੀ ਹੈ ਉਹਦੇ ਤੋਂ ਸੇਮ ਹੈਗਾ। ਜੇ ਉਹ ਸੇਮ ਹੈਗਾ ਤੇ ਆਫਿਸਰ ਐਪਲੀਕੇਸ਼ਨ ਪ੍ਰੋਸੈਸ ਕਰ ਰਹੇ ਨੇ। ਜੇ ਆਈਲੈਟਸ ਹੈਗਾ ਤੁਹਾਡੇ ਕੋਲ ਇਟ ਇਜ਼ ਆਲਵੇਜ਼ ਗੁੱਡ ਬਿਕੋਜ਼ ਉਹ ਆਫਿਸਰ ਇੱਕ ਡਿਟਰਮਿਨ ਈਜ਼ੀ ਕਰ ਲੈਂਦੇ ਨੇ ਕਿ ਤੁਸੀਂ ਲੈਂਗੁਏਜ ਰਿਕੁਐਸਟ ਦੇ ਵਿੱਚ ਤੁਹਾਨੂੰ ਕੋਈ ਇਸ਼ੂ ਨਹੀਂ ਹੈਗਾ, ਲੈਂਗੁਏਜ ਬੋਲਣ ਦੇ ਵਿੱਚ, ਸੁਣਨ ਦੇ ਵਿੱਚ, ਸਮਝਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਜੇ ਆਈਲੈਟਸ ਹੋਵੇ ਤਾਂ ਇਟ ਇਜ਼ ਆਲਵੇਜ਼ ਬੈਟਰ। ਜੇ ਨਹੀਂ ਹੈਗਾ ਤਾਂ ਵੀ ਐਪਲੀਕੇਸ਼ਨ ਵਿਦ ਇਨ ਕੈਨੇਡਾ ਪ੍ਰੋਸੈਸ ਹੋ ਰਹੀ ਹੈ ਜੀ। ਨੈਕਸਟ ਅਸੀਂ ਲਾਸਟ ਕਾਲਸ ਅਸੀਂ ਹੁਣ ਲੈ ਰਹੇ ਹਾਂ। ਇਸ ਤੋਂ ਬਾਅਦ ਅਸੀਂ ਕਾਲਸ ਨਹੀਂ ਲਵਾਂਗੇ। ਸੋ ਅਸੀਂ ਮਾਫੀ ਚਾਹਾਂਗੇ ਕਿ ਹੋਰ ਕਾਲਸ ਅਸੀਂ ਨਹੀਂ ਅਟੈਂਡ ਕਰ ਸਕਾਂਗੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਮੈਂ ਲੰਡਨ ਤੋਂ ਬੋਲਦੀ ਹਾਂ। ਮੇਰਾ ਸਵਾਲ ਇਹ ਹੈ ਕਿ ਬੱਚਿਆਂ ਨੇ 2019 ਚ ਸਾਡੀ ਫਾਈਲ ਆਈ ਸੀ, ਨੰਬਰ ਆ ਗਿਆ ਸੀ ਤੇ ਕਿਦੋਂ ਤੱਕ ਹੁਣ PR ਦਾ ਆਏਗਾ? ਪੇਰੈਂਟਸ ਦੀ ਫਾਈਲ ਸੇ ਬਾਰੇ ਸਰ ਕੁਝ 2019 ਦੇ ਵਿੱਚ ਤੁਹਾਡੀ ਐਪਲੀਕੇਸ਼ਨ ਪਿਕ ਹੋਈ ਜੀ? ਹਾਂਜੀ ਤੁਹਾਡੀ ਐਪਲੀਕੇਸ਼ਨ ਦਿਸ ਇਜ਼ ਵੈਰੀ ਕਲੋਜ਼ ਟੂ ਗੈਟਿੰਗ ਪ੍ਰੋਸੈਸ ਜੀ ਹੁਣ। ਓਕੇ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ। ਤੇ ਸਰ ਅਸੀਂ ਜਿਵੇਂ ਗੱਲਬਾਤ ਕਰ ਰਹੇ ਸੀ ਐਪਲੀਕੇਸ਼ਨਸ ਦੇ ਬਾਰੇ ਵਿੱਚ, ਤੁਸੀਂ ਇਹਦੇ ਬਾਰੇ ਤਾਂ ਦੱਸਿਆ, ਆਪਾਂ ਸਟੂਡੈਂਟਸ ਦੀ ਐਪਲੀਕੇਸ਼ਨਸ ਦੇ ਬਾਰੇ ਵਿੱਚ ਗੱਲ ਕਰ ਰਹੇ ਸੀਗੇ ਕਿ ਕਿਹੜੀਆਂ ਪ੍ਰੋਸੈਸ ਇਸ ਵਕਤ ਹੋ ਰਹੀਆਂ ਨੇ। ਤਰਨ ਜਿਹੜੇ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਅਪਲਾਈ ਕੀਤੀਆਂ ਹੋਈਆਂ ਉਹ ਦਸੰਬਰ ਦੀਆਂ ਐਪਲੀਕੇਸ਼ਨਸ ਅੱਜ ਦੀ ਤਰੀਕ ਦੇ ਵਿੱਚ ਪ੍ਰੋਸੈਸ ਹੋ ਰਹੀਆਂ ਹੈਗੀਆਂ, ਉਹਨਾਂ ਤੇ ਵੀਜ਼ਾ ਗ੍ਰਾਂਟ ਕੀਤਾ ਜਾ ਰਿਹਾ ਹੈਗਾ। ਸੋ hopefully ਹਾਲਾਤ ਸੁਧਰਨਗੇ and September fall onwards we will see a complete actual session in colleges and universities. So ਉਹਦੀਆਂ ਤਿਆਰੀਆਂ ਹੁਣ ਸ਼ੁਰੂ ਹੋ ਗਈਆਂ ਜੀ। ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਅਸੀਂ ਸਰੀ ਤੋਂ ਬੋਲ ਰਹੇ ਜੀ। ਹਾਂਜੀ ਮੈਂ ਤਾਂ ਇਹ ਪੁੱਛਣਾ ਸੀ ਜਿਹੜਾ ਸੁਪਰ ਵੀਜ਼ੇ ਵਾਲੇ ਇੱਥੇ ਹੈਗੇ ਨੇ LMI ਲੈ ਰਹੇ ਨੇ, ਉਹਨਾਂ ਦੀ ਏਜ ਦਾ ਕੋਈ ਹੈਗਾ ਮਤਲਬ? ਜੀ ਏਜ ਦੇ ਬਾਰੇ ਹੁਣੀ ਅਸੀਂ ਦੱਸ ਕੇ ਹਟੇ ਹਾਂ, ਤੁਸੀਂ ਟੀਵੀ ਸਕਰੀਨ ਤੇ ਇੱਕ ਵਾਰੀ ਫਿਰ ਤੋਂ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ। ਏਜ ਦਾ ਕੋਈ ਕੰਸਟ੍ਰੇਂਟ ਨਹੀਂ ਹੈਗਾ ਜੀ। ਜੇ ਤੁਸੀਂ ਉੱਥੇ ਕੰਮ ਕਰਦੇ ਆਏ ਹੋ ਐਂਡ ਤੁਸੀਂ ਐਕਸਪੀਰੀਅੰਸ ਆਪਣੀ ਵਿਜ਼ਿਟ ਵੀਜ਼ਾ ਦੀ ਫਾਈਲ ਦੇ ਵਿੱਚ ਸ਼ੋ ਕੀਤਾ ਸੀਗਾ ਤੇ ਯੂ ਆਰ ਗੁੱਡ ਟੂ ਗੋ, ਤੁਹਾਨੂੰ ਕੋਈ ਇਸ਼ੂ ਨਹੀਂ ਹੈਗਾ। ਏਜ ਇਜ਼ ਨਾਟ ਅ ਕੰਸਟ੍ਰੇਂਟ ਜੀ। ਤੇ ਸਰ ਜਿਹੜੀ ਐਪਲੀਕੇਸ਼ਨ ਸਟੂਡੈਂਟਸ ਨੇ ਲਗਾਈਆਂ ਨੇ, ਬਾਰ-ਬਾਰ ਆਪਣਾ ਕੋਰਸ ਇਸ ਵਕਤ ਰੈਫਰ ਕਰ ਰਹੇ ਸੀਗੇ ਕਿ ਇਦਾਂ ਵੀ ਕੋਈ ਇਸ ਵਕਤ ਮੈਂ ਇੱਕ ਖਬਰ ਸੁਣੀ ਸੀ, ਆਈ ਡੋਂਟ ਨੋ ਕਿ ਰਿਊਮਰ ਹੈ ਕਿ ਸੱਚ ਹੈ, ਕਿ ਜੇਕਰ ਸਟੂਡੈਂਟਸ ਹੁਣ ਰੈਫਰ ਕਰਨਗੇ ਤਾਂ ਹੋ ਸਕਦਾ ਕੱਲ ਨੂੰ ਉਹਨਾਂ ਦੀ ਐਡਮਿਸ਼ਨ ਜਿਹੜੀ ਉਹ ਕੈਂਸਲ ਵੀ ਕੀਤੀ ਜਾ ਸਕਦੀ ਹੈ। ਬੇਸਿਕਲੀ ਆਫਿਸਰ ਇਹ ਡਿਟਰਮਿਨ ਕਰਨਾ ਚਾਹੁੰਦੇ ਕਿ ਤੁਸੀਂ ਲੈਜੀਟੀਮੇਟ ਸਟੂਡੈਂਟ ਹੈਗੇ ਵੀ ਹੋ ਜਾਂ ਨਹੀਂ ਹੈਗੇ, ਤੁਸੀਂ ਆਪਣਾ ਕੋਰਸ ਕਿਉਂ ਡੈਫਰ ਕਰ ਰਹੇ ਹੋ। ਸੋ ਜੇ ਤਾਂ ਤੁਹਾਡਾ ਮੋਟਿਵ ਪੜ੍ਹਾਈ ਨੂੰ ਲੈ ਕੇ ਹੈਗਾ ਤਾਂ ਤੁਹਾਨੂੰ ਡੈਫਰ ਕਰਨ ਦੀ ਲੋੜ ਨਹੀਂ, ਤੁਸੀਂ ਪੜ੍ਹਾਈ ਕਰ ਸਕਦੇ ਸੀਗੇ ਬਿਕੋਜ਼ ਆਨਲਾਈਨ ਸਾਰਾ ਕੁਝ ਚੱਲ ਰਿਹਾ ਹੈਗਾ। ਜੇ ਤੁਹਾਡਾ ਮੋਟਿਵ ਕੈਨੇਡਾ ਆਉਣ ਵਾਸਤੇ, ਸੋ ਆਫਿਸਰ ਉਹ ਚੀਜ਼ਾਂ ਡਿਟਰਮਿਨ ਕਰਨਗੇ ਤਰਨ ਜੀ। ਤਾਂ ਯੂ ਆਰ ਰਾਈਟ ਕਿ ਰਿਊਮਰ ਵੀ ਹੈਗੀ ਹੈ ਐਂਡ ਇਟਸ ਫੈਕਟ ਵੀ ਹੈਗਾ ਜੀ। ਤੇ ਸਰ ਪੇਰੈਂਟਸ ਦੀਆਂ ਐਪਲੀਕੇਸ਼ਨਸ ਦੇ ਬਾਰੇ ਵਿੱਚ ਵੀ ਅੱਜ ਆਪਾਂ ਨੂੰ ਕਾਫੀ ਕੁਆਰੀਜ਼ ਆਈਆਂ ਨੇ ਤੇ ਨੈਕਸਟ ਜਿਹੜਾ ਡਰਾ ਕਦੋਂ ਤੱਕ ਨਿਕਲ ਸਕਦਾ ਤੇ ਜਿਹੜੀਆਂ ਹੁਣ ਐਪਲੀਕੇਸ਼ਨਸ ਇਸ ਵਕਤ ਆਈਆਂ ਨੇ ਉਹਨਾਂ ਨੂੰ ਕਿੰਨਾ ਸਮਾਂ ਲੱਗੇਗਾ? ਤੇਰਾ ਨਾਰਮਲ ਜਿਹੜਾ ਪੇਰੈਂਟਲ ਪ੍ਰੋਸੈਸਿੰਗ ਟਾਈਮ ਹੈਗਾ ਕਰੰਟ ਹਾਲਾਤਾਂ ਦੇ ਵਿੱਚ 1.5 ਤੋਂ 2 ਸਾਲ ਦਾ ਚੱਲ ਰਿਹਾ ਹੈਗਾ। ਸੋ 1.5 ਤੋਂ 2 ਸਾਲ ਲੱਗ ਜਾਣੇ ਆ ਜੀ ਜਿਹੜੀ ਫਾਈਲ ਅੱਜ ਦੀ ਤਰੀਕ ਦੇ ਵਿੱਚ ਪ੍ਰੋਸੈਸ ਹੋਣਗੀਆਂ, ਪਿਕ ਹੋਣਗੀਆਂ। ਤੇ ਸਰ ਜਿਹੜੀਆਂ ਹੁਣ ਜਿਨ੍ਹਾਂ ਨੂੰ ਇਸ ਵਕਤ ਇਨਵੀਟੇਸ਼ਨ ਆਏ ਆ ਉਹਨਾਂ ਦਾ ਨੈਕਸਟ ਪ੍ਰੋਸੈਸ ਹੁਣ ਕੀ ਹੋਏਗਾ? ਉਹਨਾਂ ਨੂੰ ਸਾਰਿਆਂ ਨੂੰ 60 to 90 ਡੇਜ਼ ਦਿੱਤੇ ਗਏ ਸੀਗੇ ਜੀ ਆਪਣੇ ਸਾਰੀ ਡਾਕੂਮੈਂਟੇਸ਼ਨ, ਸਾਰੀ ਐਪਲੀਕੇਸ਼ਨ ਨੂੰ ਪੁੱਟ ਅਪ ਕਰਨ ਵਾਸਤੇ। ਸੋ ਉਹ ਜੇ ਪ੍ਰੋਸੈਸਿੰਗ ਦੇ ਵਿੱਚ ਚੱਲ ਜਾਂਦੀ ਹੈ ਕਿਉਂਕਿ ਇਸ ਸਾਲ ਦਾ ਕੋਟਾ ਵੀ ਜ਼ਿਆਦਾ ਹੈਗਾ ਆ। ਸੋ ਦੇ ਹੈਵ ਸਮ ਗੁੱਡ ਚਾਂਸਸ ਜੇ ਹਾਲਾਤ ਸੁਧਰ ਜਾਂਦੇ ਨੇ ਜੀ। ਬਿਲਕੁਲ। ਤੇ ਸਰ ਅੱਜ ਅਸੀਂ ਕਾਫੀ ਫਾਈਲਸ ਦੇ ਬਾਰੇ ਵਿੱਚ ਡਿਸਕਸ਼ਨ ਕੀਤੀ ਹੈ ਤੇ ਉਮੀਦ ਕਰਦੇ ਹਾਂ ਦਰਸ਼ਕਾਂ ਦੇ ਕਾਫੀ ਜਿਹੜੇ ਡਾਊਟਸ ਇਸ ਵਕਤ ਕਲੀਅਰ ਹੋ ਗਏ ਹੋਣੇ ਆ ਕਿ ਕਿਹੜੀਆਂ ਫਾਈਲਸ ਦੀ ਪ੍ਰੋਸੈਸਿੰਗ ਚੱਲ ਰਹੀ ਹੈ। ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਸਰ ਕੁਝ ਦਰਸ਼ਕਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ? ਇੱਕੋ ਹੀ ਚੀਜ਼ ਕਹਿਣਾ ਚਾਹਾਂਗੇ ਜੀ, ਤੁਸੀਂ ਕਿਸੇ ਵੀ ਕੇਸ ਨੂੰ ਡਿਸਕਸ ਕਰਨਾ ਹੈ ਇਮੀਗ੍ਰੇਸ਼ਨ ਦੇ, ਭਾਵੇਂ ਤੁਸੀਂ ਬਿਜ਼ਨਸਮੈਨ ਹੈਗੇ ਹੋ ਬੈਕ ਹੋਮ ਐਂਡ ਤੁਸੀਂ ਆਪਣੀ ਆਪਸ਼ਨਸ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣੀ ਐਕਸਪ੍ਰੈਸ ਐਂਟਰੀ ਦੇ ਵਿੱਚ ਫਾਈਲ ਪੁੱਟ ਅਪ ਕੀਤੀ ਹੋਈ ਹੈ, ਤਾਂ ਮੋਸਟ ਸੂਟਡ ਆਪਸ਼ਨ ਇਜ਼ ਤੁਸੀਂ ਆਪਣੀ ਡਿਟੇਲ ਸਾਨੂੰ ਈਮੇਲ ਆਈਡੀ ਤੇ ਸਾਡੇ ਨਾਲ ਸ਼ੇਅਰ ਕਰ ਲਓ ਐਂਡ ਸਾਡੇ ਨਾਲ ਇੱਕ ਪੇਡ ਕੰਸਲਟੈਂਸੀ ਲਓ। ਐਂਡ ਪੇਡ ਕੰਸਲਟੈਂਸੀ ਇਸ ਵਾਸਤੇ ਹੁੰਦੀ ਹੈ, ਵੈਸੇ ਜੈਨਰਿਕ ਅਸੀਂ ਜੈਨਰਿਕ ਆਨਸਰ ਸੇ ਤੁਹਾਨੂੰ 2-3-4 ਕੁਐਸਚਨਸ ਹੋਣਗੇ, ਅਸੀਂ ਵੀ ਕੈਨ ਡੂ ਦੈਟ ਰਾਈਟ ਅਵੇ। ਬਟ ਜੇ ਤੁਸੀਂ ਕਹੋ ਕਿ ਇਨ ਡੈਪਥ ਦੇ ਵਿੱਚ ਅਸੀਂ ਜਾ ਕੇ ਤੁਹਾਡੀ ਕੁਐਰੀਜ਼ ਨੂੰ ਆਨਸਰ ਕਰੀਏ ਤੇ we have to invest time. So basically this is a token money ਕਿ ਤੁਸੀਂ ਇਨਵੈਸਟਮੈਂਟ ਤੁਸੀਂ ਆਪਣੇ ਆਪ ਵੀ ਕਰ ਰਹੇ ਹੋ ਤੇ ਅਸੀਂ ਵੀ ਆਪਣਾ ਟਾਈਮ ਪੁੱਟ ਅਪ ਕਰ ਰਹੇ ਹਾਂ। ਉਸ ਤੋਂ ਬਾਅਦ ਜੇ ਇਹੀ ਫੀਸ ਅਸੀਂ ਤੁਹਾਡੀ, ਜੇ ਤੁਸੀਂ ਸਾਡੇ ਤੋਂ ਕੋਈ ਕੇਸ ਕਰਾਉਂਦੇ ਹੈਗੇ ਤੇ ਉਹਦੇ ਵਿੱਚ ਅਸੀਂ ਐਡਜਸਟ ਕਰ ਦਿੰਦੇ ਹੈਗੇ ਆ। ਸੋ ਇੱਕੋ ਹੀ ਚੀਜ਼ ਕਿ ਅੱਜ ਦੀ ਤਰੀਕ ਦੇ ਵਿੱਚ ਬਿਜ਼ਨਸਮੈਨ ਵਾਸਤੇ ਕਾਫੀ ਸਾਰੀਆਂ ਆਪਸ਼ਨ ਐਗਜ਼ਿਸਟ ਕਰ ਰਹੀਆਂ ਹੈਗੀਆਂ। ਅਸੀਂ ਇੰਟਰਾ ਕੰਪਨੀ ਟ੍ਰਾਂਸਫਰ ਦੀ ਗੱਲ ਕਰੀਏ, ਓਨਰ ਆਪਰੇਟਰ ਦੀ ਗੱਲ ਕਰੀਏ, ਐਂਟਰਪ੍ਰੀਨਿਓਰ PNP ਪ੍ਰੋਗਰਾਮਸ ਦੀ ਗੱਲ ਕਰੀਏ,
ਸਟਾਰਟਅਪ ਵੀਜ਼ਾਸ ਦੀ ਗੱਲ ਕਰੀਏ ਸੋ ਆਪਸ਼ਨਸ ਆਰ ਇਮੈਂਸ। ਜਦੋਂ ਤੁਸੀਂ ਸਾਡੇ ਨਾਲ ਡਿਟੇਲਸ ਸ਼ੇਅਰ ਕਰਦੇ ਹੋ ਤੇ ਅਸੀਂ ਸੁਜੈਸਟ ਕਰਦੇ ਹਾਂ ਕਿ ਕਿਹੜੀ ਆਪਸ਼ਨ ਤੁਹਾਡੇ ਵਾਸਤੇ ਮੋਸਟ ਅਪਰੋਪਰੀਏਟਲੀ ਵਰਕ ਕਰੇਗੀ। ਇਸੇ ਤਰ੍ਹਾਂ ਜੇ ਐਕਸਪ੍ਰੈਸ ਐਂਟਰੀ ਦੀ ਫਾਈਲ ਪੁੱਟ ਅਪ ਕੀਤੀ ਹੋਈ ਹੈ ਤੇ ਤੁਹਾਡਾ ਸਕੋਰ ਕਿੱਥੇ ਹੈਗਾ, ਉਹ ਤੁਹਾਡੀ ਆਪਸ਼ਨਸ ਕੀ ਐਗਜ਼ਿਸਟ ਕਰ ਰਹੀਆਂ, ਬਿਕੋਜ਼ ਜਿਸ ਤਰ੍ਹਾਂ ਹੀ ਹਾਲਾਤ ਖੁੱਲਣਗੇ ਸਕੋਰ 470 ਤੋਂ ਵੀ ਉੱਪਰ ਜਾ ਸਕਦਾ ਹੈਗਾ। ਸੋ ਆਪਣੇ ਆਪ ਨੂੰ ਇੰਪਰੂਵਮੈਂਟ ਵਾਲੇ ਪਾਸੇ ਸੋਚੋ ਕਿ ਤੁਹਾਡਾ ਸਕੋਰ ਕਿਸ ਤਰ੍ਹਾਂ ਵੱਧ ਸਕਦਾ। ਵੁੱਡ ਇਟ ਬੀ ਦਾ ਆਈਲੈਟਸ ਦੈਟ ਕੈਨ ਹੈਲਪ ਯੂ, ਜਾਂ ਫਿਰ ਤੁਹਾਡਾ ਕੁਝ ਜੌਬ ਆਫਰ ਤੁਹਾਨੂੰ ਹੈਲਪ ਕਰ ਸਕਦੀ ਹੈ, PNP ਤੁਹਾਡੇ ਵਾਸਤੇ ਬੈਟਰ ਆਪਸ਼ਨ ਹੈਗੀ। ਸੋ ਉਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਐਂਡ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਵਿਦ ਇਨ ਕੈਨੇਡਾ ਪ੍ਰੈਜ਼ੈਂਟ ਹੈਗੇ ਨੇ, ਡੂ ਨਾਟ ਥਿੰਕ ਕਿ 75 ਤੇ ਮੇਰੀ ਐਪਲੀਕੇਸ਼ਨ ਪਿਕ ਹੋ ਜਾਏਗੀ। 75 ਲੋਟਰੀ ਜਿਹੜੀ ਹੁੰਦੀ ਹੈ ਨਾ, ਲੋਟੋ 649 ਜਾਂ ਲੋਟੋ ਹੁੰਦੀ ਹੈ, ਉਹ ਦੈਟ ਇਜ਼ ਵਾਂਸ ਇਨ ਅ ਲਾਈਫ ਟਾਈਮ। Can there be another draw? Absolutely there can be another draw, but why do you want to rely only on that draw? तो अपनी तैयारी उस हिसाब ना करो कि तुसी 400 450 ਦੇ ਆਸ-ਪਾਸ ਤੁਸੀਂ ਤਿਆਰੀ ਰੱਖੋ, ਤਾਂ ਕਿ ਇਨ ਕੇਸ ਆਫ ਐਨੀ ਜੇ ਉਹ 75 ਤੇ ਨਹੀਂ ਜਾਂਦਾ, ਤੁਸੀਂ ਉਹ ਤੁਹਾਡੇ ਕੋਲ ਆਪਸ਼ਨਸ ਹੋਣ ਕਿ ਤੁਹਾਡੀ ਐਪਲੀਕੇਸ਼ਨ ਸਟਿਲ ਪਿਕਅਪ ਹੋ ਰਹੀ ਹੈਗੀ। ਇਨ ਕੇਸ ਤੁਹਾਡੇ ਕੋਲ ਜੌਬ ਨਹੀਂ ਹੈਗੀ, ICC ਤੇ ਸਾਨੂੰ ਕੰਟੈਕਟ ਕਰੋ ਜੇ ਨੌਕ ਬੀ ਦੀ ਜੌਬ ਨਹੀਂ ਹੈਗੀ, ਤਾਂ ਕਿ ਤੁਸੀਂ ਆ ਕੇ ਅਸੀਂ ਵੀ ਮਾਈਟ ਬੀ ਏਬਲ ਟੂ ਅਸਿਸਟ ਯੂ ਐਂਡ ਹੈਲਪ ਯੂ। ਐਂਡ ਇਨ ਕੇਸ ਤੁਹਾਡੇ ਕੋਲ ਕੋਈ EMPLOYER ਹੈਗਾ ਹੈ, ਤੁਸੀਂ ਕਿਤੇ ਜੌਬ ਕਰ ਰਹੇ ਹੋ, ਭਾਵੇਂ ਨੌਕ C ਜਾਂ D ਦੀ ਕਰ ਰਹੇ ਹੋ, ਉਹਨਾਂ ਨੂੰ ਕਹੋ ਆਪਣੇ EMPLOYER ਨਾਲ ਬੈਠ ਕੇ ਡਿਸਕਸ਼ਨ ਕਰੋ ਕੈਨ ਟੈਲ them that you are ready to take higher responsibilities with them, ਐਂਡ ਤੁਹਾਨੂੰ ਪ੍ਰਮੋਟ ਕਰਨ, ਤਾਂ ਕਿ ਤੁਹਾਡਾ ਇੱਕ ਟਰਸਟ ਫੈਕਟਰ EMPLOYER ਨਾਲ ਬਣਿਆ ਹੋਇਆ, EMPLOYER ਦਾ ਵੀ ਟਰਸਟ ਫੈਕਟਰ ਤੁਹਾਡੇ ਨਾਲ ਬਣਿਆ ਹੋਇਆ। ਸੋ ਹੀ ਵੁੱਡ ਡੈਫੀਨੇਟਲੀ ਵਰਕ ਦੈਟ ਫॉर ਯੂ। ਐਂਡ ਜੌਬ ਆਫਰ ਵੀ ਜਿੱਥੇ ਤੁਸੀਂ ਕੰਮ ਕਰ ਰਹੇ ਹੋ, LMIA ਦੀ ਲੋੜ, ਆਪਣੇ EMPLOYER ਨੂੰ ਕਹੋ ਕਿ ਤੁਹਾਨੂੰ ਇੱਕ LMIA ਦੇ ਵਿੱਚ ਤੁਹਾਨੂੰ ਹੈਲਪ ਹੋ ਸਕਦੀ ਹੈ। ਤੇ ਜੇ ਤੁਸੀਂ ਸਿੰਸੀਅਰਿਟੀ ਐਂਡ ਓਨੈਸਟੀ ਨਾਲ ਕੰਮ ਕਰਦੇ ਹੋ, ਵਾਈ ਵਿਲ ਦੇ ਨਾਟ ਹੈਲਪ ਯੂ। ਸੋ ਇਨਫੋਰਮੇਸ਼ਨ ਲੈਣ ਵਾਸਤੇ ICC ਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਹੈਡ ਆਫਿਸ ਸਾਡਾ ਮਿਸਿਸਾਗਾ ਦੇ ਵਿੱਚ ਹੈਗਾ, 1137 ਡੇਰੀ ਰੋਡ ਈਸਟ, ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟ੍ਰਾਂਸਪੇਰੈਂਟ ਐਡਵਾਈਸ। ਜਿਹੜੀ ਚੀਜ਼ ਪੋਸੀਬਲ ਹੁੰਦੀ ਹੈ ਵੀ ਟੈਲ ਯੂ, ਜਿਹੜੀ ਚੀਜ਼ ਪੋਸੀਬਲ ਨਹੀਂ ਹੁੰਦੀ ਉਹ ਵੀ ਅਸੀਂ ਕਹਿੰਦੇ ਕਿ ਡੂ ਨਾਟ ਵੇਸਟ ਯੂਰ ਟਾਈਮ ਐਂਡ ਐਫਰਟਸ ਔਨ ਦਿਸ। ਸੋ ਨੰਬਰ ਟੂ ਰੀਚ ਅਸ ਵੁੱਡ ਬੀ 905 4612424। 14 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਸਟ੍ਰੇਟ ਫਾਰਵਰਡ ਐਡਵਾਈਸ ਦਿੰਦੇ ਹੋਏ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ। ਥੈਂਕ ਯੂ ਵੈਰੀ ਮਚ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰ। ਸੋ ਹੁਣ ਤੁਸੀਂ ICC ਇਮੀਗ੍ਰੇਸ਼ਨ ਤੋਂ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ, ਉਹਨਾਂ ਦਾ ਨੰਬਰ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤਾ, ਉੱਥੇ ਕਾਲ ਕਰ ਸਕਦੇ ਹੋ। ਈਮੇਲ ID ਵੀ ਦੇ ਦਿੱਤੀ ਗਈ ਹੈ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।